ਵਿੱਚ ਕੋਈ ਕਮੀਆਂ ਰਹੀਆਂ ਹੋਣੀਆਂ ਕੜਵਲ ਸਾਹਿਬ, ਨਹੀਂ ਤਾਂ ਉਹ ਤਾਂ ਸੱਚ ਦੀ ਆਵਾਜ਼ ਨੇ, ਲੋਕਾਂ ਦੀ ਆਵਾਜ਼ ਨੇ, ਲੋਕਾਂ ਦੇ ਨਾਲ ਖੜਨ ਵਾਲੇ ਲੋਕ ਨੇ, ਫਿਰ ਤੁਹਾਡੇ ਨਾਲ ਕਿਉਂ ਨਹੀਂ ਖੜੇ? ਹਾਂ, ਮੇਰੀ ਕਮੀ ਇਹ ਹੋ ਸਕਦੀ ਹੈ, ਮੈਂ ਉਹਦੇ ਕੋਲੋਂ ਐਮਐਲਏ ਦੀ ਟਿਕਟ ਲੜ ਕੇ ਨਹੀਂ ਮੰਗੀ। ਆਪਦੇ ਵੇਲੇ ਹੰਝੂ ਗਿਰ ਕੇ ਸਾਨੂੰ ਵਰਤਦਾ ਰਿਹਾ ਤੂੰ, ਉਹ ਵਕਤ ਭੁੱਲ ਗਿਆ? ਜਦੋਂ ਜੇਲ੍ਹ ਜਾਣਾ ਸੀ ਉਦੋਂ ਬਲਵਿੰਦਰ ਬੈਂਸ ਨਹੀਂ ਯਾਦ ਆਇਆ? ਉਹਨੂੰ ਕਿਉਂ ਨਾ ਜੇਲ੍ਹ ਭੇਜਿਆ? ਤੁਸੀਂ ਗਏ ਜੇਲ੍ਹ? ਉਦੋਂ ਮੈਨੂੰ ਜੇਲ੍ਹ ਭੇਜਿਆ ਗਿਆ ਇਸ ਮਾਮਲੇ ਵਿੱਚ ਤਹਿਸੀਲਦਾਰ ਕਾਂਡ ਦੇ ਵਿੱਚ। ਐਮਐਲਏ ਸਾਹਿਬ ਨੇ ਕੁਛ ਐਸੇ ਸ਼ਬਦ ਕਹਤੇ ਵੀ ਹੁਣ ਤੇਰੀਆਂ ਮੁੱਛਾਂ ਪੱਟ ਕੇ ਤੇਰੇ ਨਾਲ ਗੱਲ ਕਰਾਂਗੇ, ਤੇ ਫਿਰ ਪੱਟਦੀਆਂ ਜੀ ਅਗਲੇ ਨੇ ਮੁੱਛਾਂ। ਪਰ ਉਹ ਤਾਂ ਕਹਿੰਦੇ ਬਦਲਾਖੋਰੀ ਦੀ ਰਾਜਨੀਤੀ ਤਾਂ ਉਹ ਕਰਦੇ ਹੀ ਨਹੀਂਗੇ। ਇਹ ਤਾਂ ਕਹਿੰਦੇ ਕਿ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੰਮ ਹੋਣਾ, ਅਸੀਂ ਬਦਲਾਖੋਰੀ ਨਹੀਂ ਕਰਦੇ। ਤੇ ਮੈਨੂੰ ਉਹ ਸਮਾਂ ਯਾਦ ਆ ਜਦੋਂ ਸੁਖਬੀਰ ਬਾਦਲ ਸਮੋਸਾ ਵੀ ਖਾਂਦਾ ਹੁੰਦਾ ਸੀ ਨਾ, ਤੇ ਦੋਨੇ ਭਰਾ ਰਮਾਨ ਲੈ ਕੇ ਕੋਲੇ ਖੜੇ ਹੁੰਦੇ ਸੀ ਨਾਲ ਦੀ ਨਾਲ ਸਫਾਈ ਕਰਨ ਲਈ। ਰਾਜਸਥਾਨ ਤੋਂ ਪੈਸੇ ਲੈ ਕੇ ਆਉਣੇ ਆ, ਉੱਥੇ ਖੱਡ ਚੋਂ ਫਲਾਨਾ ਸਿੰਘ ਰੇਤਾ ਚੋਰੀ ਕਰੀ ਜਾਂਦਾ, ਵੀ ਤੇਰੇ ਘਰ 'ਚ ਬਿਜਲੀ ਚੋਰੀ ਹੋ ਰਹੀ ਆ। ਕਿਹਦੇ ਘਰ 'ਚ? ਇਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਜਦੋਂ ਬਿਜਲੀ ਚੋਰੀ ਹੁੰਦੀ ਸੀ, ਜਿੱਥੇ ਇਹਨਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਪਏ ਹੋਏ, ਅੱਜ ਬਕਾਇਆ ਖੜੇ ਨੇ, ਅੱਜ ਕਰੋੜਾਂ ਰੁਪਏ ਦੇ ਬਕਾਇਆ ਖੜੇ ਨੇ ਪੈਸੇ। ਉਹ ਪੈਸੇ ਉਹ ਤਾਂ ਇਹਨਾਂ ਨੂੰ ਦਿੰਦੇ ਨਹੀਂ ਵੀ ਸਾਡੇ ਘਰ 'ਚ ਚੋਰੀ ਹੁੰਦੀ ਆ। ਇੱਕ ਦਿਨ ਆਪਦੇ ਭਰਾ ਦੀ ਵੀ ਬਿਜਲੀ ਚੋਰੀ ਕਰਦੇ ਦੀ ਵੀਡੀਓ ਬਣਾ ਕੇ ਪਾ ਦੇ। ਮੈਂ ਤੇ ਜੇ ਇਹੀ ਕਿਤੇ ਜਨਤਾ ਨਗਰ ਸ਼ਿਮਲਾਪੁਰੀ ਦੇ ਕਿਸੇ ਇੰਡਸਟਰੀਲਿਸਟ ਨੇ ਕਿਸੇ ਕਿਤੇ ਮਾੜੇ ਹਾਲਾਤਾਂ 'ਚ 30,000 ਦਾ ਬਿੱਲ ਰਹਿੰਦਾ ਹੁੰਦਾ, ਤੇ ਚੱਕ ਕੇ ਉਹਦੇ ਭਰਾ ਦਾ ਵੀ ਕਨੈਕਸ਼ਨ ਕੱਟੇ ਆਉਂਦੇ ਨੇ, ਤੇ ਇਹਦੇ ਭਰਾਵਾਂ ਦਾ ਕਨੈਕਸ਼ਨ ਕਿਉਂ ਨਹੀਂ ਕੱਟਿਆ ਜਾਂਦਾ? ਸਿਲਾਈ ਮਸ਼ੀਨ ਇੱਕ ਐਸਾ ਪ੍ਰੋਡਕਟ ਆ ਜਿਹਦੇ ਵਿੱਚੋਂ ਮੈਂ ਸਮਝਦਾ ਕਿ ਬਰਾਦਾ ਵੀ ਨਹੀਂ ਬਚਦਾ, ਤੇ ਉੱਥੋਂ ਅਰਬਾਂ ਖਰਬਾਂ ਰੁਪਈਆ ਬਣ ਗਿਆ। ਇਮਾਨਦਾਰੀ ਦੀ ਤੁਸੀਂ ਇਹ ਗੱਲ ਦੇਖੋ ਵੀ ਇਹ ਬੰਦੇ ਨੇ ਆ ਕੈਪਟਨ ਸਾਹਿਬ ਵਾਲਾ ਆਟਾ ਲਿਆ, ਲੋਕ ਨੂੰ ਆਟਾ ਚੋਰ ਕਹਿਣ ਲੱਗ ਗਏ, ਹਲਕੇ 'ਚ ਬੋਰੀਆਂ ਲਾ ਕੇ ਆਪਣੇ ਬੋਰੀਆਂ 'ਚ ਪਾ ਕੇ ਆਟਾ ਵੰਡਣ ਲੱਗ ਗਿਆ। ਇਹ ਤੇਰਾ ਲੈਵਲ ਆ ਕੋਈ? ਤੈਨੂੰ ਰੱਬ ਨੇ ਬੇਤਹਾਸ਼ਾ ਮਾਇਆ ਤੂੰ ਰੱਬ ਨੇ ਦੇਤੀ, ਚਾਹੇ ਤੂੰ ਸਮਝ ਲੈ ਠੱਗੀਆਂ ਮਾਰ ਕੇ ਬਣਾ ਲਈ ਹੈ, ਤੂੰ ਉੱਥੋਂ ਰਾਸ਼ਨ ਵੰਡ ਲਾ। ਇੰਨੇ ਮਾੜੀਆਂ ਹਰਕਤਾਂ ਕਰਕੇ ਉੱਚੀ ਉੱਚੀ ਉਂਗਲ ਕੱਢ ਕੇ ਬੋਲਦਾ, ਫਿਰ ਮੇਰੇ ਅੰਦਰ ਅੱਗ ਲੱਗਦੀ ਆ ਵੀ ਇਹ ਦੁਨੀਆ ਭਰ ਦੇ ਮਾੜੇ ਕੰਮ ਕਰਦਾ, ਤੇ ਆਪਦੇ ਆਪ ਨੂੰ ਕਹਿੰਦਾ ਮੇਰੇ ਤੋਂ ਵੱਡਾ ਇਮਾਨਦਾਰ ਕੋਈ ਨਹੀਂ। ਤੇ ਮੈਂ ਤਾਂ ਪਿੱਛੇ ਵੀ ਕਿਹਾ ਸੀ, ਤੂੰ ਮੈਨੂੰ ਇੱਕ ਵਾਰੀ ਕਹਿ ਦੇ ਵੀ ਖੋਲ ਦੇ ਮੂੰਹ ਆਪਦਾ, ਇਹੋ ਜਿਹਾ ਭੁਚਾਲ ਪਊਗਾ ਵੀ ਤੁਹਾਨੂੰ ਸਾਂਭਿਆ ਨਹੀਂ ਜਾਣਾ। ਪਰ ਕੜਵਲ ਸਾਹਿਬ ਨੂੰ ਕਿਸ ਗੱਲ ਦਾ ਡਰ ਹੈ? ਕਿਉਂ ਨਹੀਂ? ਮੈਨੂੰ ਕੋਈ ਡਰ ਨਹੀਂ ਹੈ, ਪਰ ਇਹ ਵੀ ਚੰਗੀ ਗੱਲ ਨਹੀਂ ਹੁੰਦੀ ਮੇਰੇ ਕੋਲ ਜੇ ਤੁਸੀਂ ਮੇਰੇ ਦੋਸਤ ਹੋ, ਮੈਂ ਤੁਹਾਡੇ ਪਰਦੇ ਖੋਲਾਂ। ਜਿਹੜੀ ਪਿਆਰ ਤੇ ਸਤਿਕਾਰ ਤੇ ਜਿਹੜੀ ਭਾਸ਼ਾ ਕੈਮਰੇ ਦੇ ਪਿੱਛੇ ਆਪਣੇ ਵੱਡੇ ਭਰਾ ਨੂੰ ਬੋਲੀ ਜਾਂਦੀ ਹੈ ਨਾ, ਅਨਪੜ੍ਹ ਬੰਦਾ ਵੀ ਸ਼ਾਇਦ ਉਹ ਜਿਹੀ ਭਾਸ਼ਾ ਨਹੀਂ ਬੋਲਦਾ। ਕੀ ਸਿਰਫ ਆਪਾਂ ਲਾਈਕ ਹੀ ਲੈਣੇ ਹੁੰਦੇ ਆ? ਫੇਸਬੁੱਕ ਦੇ ਉੱਤੇ ਹੀ ਆਪਾਂ ਕੰਮ ਕਰਨਾ ਹੁੰਦਾ? ਆਪਾਂ ਗਏ ਪਾਸਪੋਰਟ ਆਫਿਸ, ਰਿਜ਼ਲਟ ਦੱਸੋ ਕੀ ਆ? ਆਪਾਂ ਕਿਸੇ ਪ੍ਰਿੰਸੀਪਲ ਟੀਚਰ ਨੂੰ ਜਾ ਕੇ ਮਾੜਾ ਚੰਗਾ ਬੋਲ ਕੇ ਆਏ, ਉੱਥੇ ਦਲਿਤ ਭਾਈਚਾਰੇ ਦਾ ਨਾਮ ਵਰਤ ਕੇ ਦੁਕਾਨ ਚਲਾ ਕੇ ਆਇਆ, ਕੀ ਦਿੱਤਾ ਦਲਿਤ ਭਾਈਚਾਰੇ ਨੂੰ? ਗਏ ਆਪਣੇ ਵੇਰਕਾ 'ਚ ਗਏ, ਕੀ ਹੋਇਆ? ਆ ਪਰਸੋਂ ਚੌਥ ਦਾ ਇੱਕ ਨਵਾਂ ਡਰਾਮਾ ਹੋਇਆ, ਆ ਜਿਹੜਾ ਬੱਸਾਂ ਵਾਲਾ ਜਾ ਕੇ ਮਜ਼ਦੂਰ ਜਿਹੜੇ ਬੱਸਾਂ ਲੈ ਕੇ ਬੱਸਾਂ ਦੇ ਵਿੱਚ ਜਾਂਦੇ ਸੀ, ਉਹਨਾਂ ਨੂੰ ਜਾ ਕੇ ਬੱਸਾਂ ਰੁਕਵਾਤੀਆਂ। ਕੀ ਰਿਜ਼ਲਟ ਆਏ? ਜਾਂ ਤਾਂ ਬੱਸਾਂ ਚਾਲੂ ਕਰਾ ਦਿੰਦੇ, ਆਪਾਂ ਕਹਿੰਦੇ ਵੀ ਬਹੁਤ ਭਲਾ ਕਰਕੇ ਆਇਆ, ਤੇ ਜਾ ਕੇ ਆਪਣੀ ਰਾਜਨੀਤੀ ਕਰਿਆਂ ਦੀ ਚਮਕਾਇਆਂ ਦੇ ਫੇਸਬੁੱਕ ਤੇ ਲਾਈਕ ਲੈ ਲੇ, ਉਹ ਗਰੀਬ ਆਦਮੀ ਤੁਰ ਤੁਰ ਕੇ ਹੁਣ ਜਾਣਗੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ। ਲੁਧਿਆਣੇ ਦੀ ਸਿਆਸਤ 'ਚ ਤਕਰੀਬਨ 2.5-3 ਦਹਾਕੇ ਪਹਿਲਾਂ ਦੋ ਨੌਜਵਾਨ ਇਕੱਠੇ ਜੇ ਸ਼ੁਰੂਆਤ ਕਰਦੇ ਆ। ਹਾਲਾਂਕਿ ਇੱਕ ਬੰਦਾ ਦੂਜੇ ਦੀ ਸਪੋਰਟ ਕਰਦਾ ਤੇ ਦੂਜਾ ਵੱਡਾ ਲੀਡਰ ਬਣ ਜਾਂਦਾ ਹੈ, ਜਿਹਨੂੰ ਅੱਜ ਕੱਲ੍ਹ ਲੋਕਾਂ ਦਾ ਮਸੀਹਾ, ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਹਾ ਜਾਂਦਾ ਹੈ। ਤੇ ਨਾਲ ਦੇ ਸਾਥੀ ਕਮਲਜੀਤ ਸਿੰਘ ਕੜਵਲ ਇਲੈਕਸ਼ਨ ਵੀ ਲੜਦੇ ਆ, ਜ਼ੋਰ ਵੀ ਲਾਉਂਦੇ ਆ, ਪਰ ਬੈਂਸ ਸਾਹਿਬ ਜਿੰਨੀ ਪ੍ਰਸਿੱਧੀ ਹਾਸਲ ਕਿਉਂ ਨਹੀਂ ਹੋਈ, ਇਸ ਬਾਰੇ ਅੱਜ ਗੱਲਬਾਤ ਕਰਦੇ ਹਾਂ। ਕੜਵਲ ਸਾਹਿਬ ਸਾਡੇ ਨਾਲ ਮੌਜੂਦ ਨੇ। ਕੜਵਲ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਅੱਜ ਸਾਰਿਆਂ ਨਾਲ ਦਰਸ਼ਨ ਕਰਾਏ ਸਾਰਿਆਂ ਦੇ। ਕੜਵਲ ਸਾਹਿਬ, ਤੁਹਾਡੇ ਸਾਥੀ ਤਾਂ ਲੋਕਾਂ ਦੇ ਮਸੀਹਾ ਬਣ ਗਏ, ਲੋਕਾਂ ਦੀ ਆਵਾਜ਼ ਬਣ ਗਏ, ਸੱਚ ਦੀ ਆਵਾਜ਼ ਬਣ ਗਏ। ਕੀ ਗੱਲ ਤੁਸੀਂ ਇੰਨੀ ਪ੍ਰਸਿੱਧੀ ਹਾਸਲ ਨਹੀਂ ਕੀਤੀ, ਲੋਕਾਂ ਦੇ ਕੰਮ ਨਹੀਂ ਕੀਤੇ? ਸੋ ਜਿਹੜਾ ਸਾਡਾ ਮਿਸ਼ਨ ਸੀਗਾ ਨਾ, ਉਹ ਆਪਦੇ ਆਪ ਨੂੰ ਕਿਸੇ ਮੁਕਾਮ ਤੇ ਲੈ ਕੇ ਜਾਣਾ ਨਹੀਂ ਸੀਗਾ। ਜਿਸ ਦਿਨ ਮੈਂ ਰਾਜਨੀਤੀ ਦੇ ਵਿੱਚ ਆਇਆ ਤਾਂ ਮਿਸ਼ਨ ਇੱਕ ਸੀ ਵੀ ਜਿਸ ਸਾਥੀ ਨਾਲ ਚੱਲ ਰਹੇ ਆ ਉਹਨੂੰ ਕਿਸੇ ਮੁਕਾਮ ਤੇ ਪਹੁੰਚਾਉਣਾ। ਤਾਂ ਮੈਂ ਕਦੇ ਫਰੰਟ ਲਾਈਨ ਤੇ ਕਦੇ ਆਇਆ ਹੀ ਨਹੀਂ ਸੀ। ਮੈਂ ਹਮੇਸ਼ਾ ਬੈਕਫੁੱਟ ਤੇ ਹੋ ਕੇ ਕੰਮ ਕੀਤਾ। ਕਦੇ ਮਨ ਦੇ ਵਿੱਚ ਇੱਛਾ ਰੱਖ ਕੇ ਨਹੀਂ ਚੱਲੀ ਸੀ ਵੀ ਮੈਂ ਕੋਈ ਐਮਐਲਏ ਦੀ, ਮੇਰੀ ਮਨ ਦੀ ਕੋਈ ਇੱਛਾ ਹੋਇਆ ਹੀ ਨਹੀਂ ਕਰਦੀ ਸੀ।
ਸੋ ਇਸ ਕਰਕੇ ਮੈਂ ਬੈਕਫੁੱਟ ਤੇ ਰਹਿ ਕੇ ਕੰਮ ਕਰਨ ਕਰਕੇ ਥੋੜਾ ਜਿਹਾ ਪਿੱਛੇ ਰਿਹਾ। ਪਰ ਵਕਤ ਨੇ ਜਦੋਂ ਮੈਨੂੰ ਮੂਹਰੇ ਕੀਤਾ, ਵਕਤ ਦੇ ਉਸ ਦੁੱਖਾਂ ਦਾ ਜਿਹੜਾ ਪਹਾੜ ਮੇਰੇ ਤੇ ਟੁੱਟਿਆ, ਤੇ ਉਸ ਵਕਤ ਜਿਹੜੇ ਸੱਜਣਾ ਨੂੰ ਕਿਸੇ ਅਸੀਂ ਮੁਕਾਮ ਤੇ ਪਹੁੰਚਾਉਣ ਨੂੰ ਫਿਰਦੇ ਸੀ, ਜਦੋਂ ਉਹਨਾਂ ਨੇ ਪਿੱਠ ਦਿਖਾਈ, ਤੇ ਉਸ ਤੋਂ ਬਾਅਦ ਫਿਰ ਮੈਨੂੰ ਫਰੰਟ ਲਾਈਨ ਤੇ ਆਉਣਾ ਪਿਆ। ਕਿਹੜੇ ਸੱਜਣਾ ਨੂੰ? ਜਿਨ੍ਹਾਂ ਦੀ ਤੁਸੀਂ ਗੱਲ ਕਰਕੇ ਹਟਿਓ, ਹਲਕਾ ਆਤਮਨਗਰ ਦੇ MLA ਸਾਹਿਬ ਨੂੰ, ਜਿਨ੍ਹਾਂ ਨੇ ਉਸ ਵਕਤ ਮੇਰੇ ਨਾਲ ਦਗਾ ਕਰਕੇ ਮੈਨੂੰ ਛੱਡ ਕੇ ਗਏ। ਜਿਸ ਟਾਈਮ ਬਹੁਤ ਇੱਕ ਦੋਸਤ ਨੂੰ ਦੂਜੇ ਦੋਸਤ ਦੀ ਜ਼ਰੂਰਤ ਹੁੰਦੀ ਹੈ, ਜਿਸ ਟਾਈਮ ਉਹ 97 ਦੇ ਵਿੱਚ ਜਿਸ ਸਮੇਂ ਇਹਨੂੰ ਜ਼ਰੂਰਤ ਸੀ ਤੇ ਉਸ ਟਾਈਮ ਮੈਂ ਇਹਦੇ ਨਾਲ ਖੜਿਆ ਸੀ। ਪਰ 2014 'ਚ ਇੱਕ ਵਕਤ ਐਸਾ ਆਇਆ ਤੇ ਮੈਨੂੰ ਇਹਦੀ ਬੜੀ ਜ਼ਰੂਰਤ ਸੀ, ਪਰ ਜੋ ਇਹ ਮੇਰੇ ਨਾਲ ਕਰਕੇ ਗਿਆ ਪ੍ਰਮਾਤਮਾ ਜਾਣਦਾ ਤੇ ਇਹ ਜਾਣਦਾ। ਤੁਹਾਡੇ 'ਚ ਕੋਈ ਕਮੀਆਂ ਰਹੀਆਂ ਹੋਣੀਆਂ ਕਡਵਲ ਸਾਹਿਬ? ਨਹੀਂ ਤਾਂ ਉਹ ਤਾਂ ਸੱਚ ਦੀ ਆਵਾਜ਼ ਨੇ, ਲੋਕਾਂ ਦੀ ਆਵਾਜ਼ ਨੇ, ਲੋਕਾਂ ਦੇ ਨਾਲ ਖੜਨ ਵਾਲੇ ਲੋਕ ਨੇ, ਫਿਰ ਤੁਹਾਡੇ ਨਾਲ ਕਿਉਂ ਨਹੀਂ ਖੜੇ? ਹਾਂ, ਮੇਰੀ ਕਮੀ ਇਹ ਹੋ ਸਕਦੀ ਹੈ, ਮੈਂ ਉਹਦੇ ਕੋਲੋਂ MLA ਦੀ ਟਿਕਟ ਲੜ ਕੇ ਨਹੀਂ ਮੰਗੀ। ਮੈਂ ਇਹ ਨਹੀਂ ਕਿਹਾ ਵੀ ਤੂੰ ਆਪਣੇ ਭਰਾ ਨੂੰ ਜੇਲ੍ਹ ਭੇਜ, ਮੈਂ ਇਹ ਨਹੀਂ ਕਿਹਾ ਵੀ ਤੂੰ ਬਿਜਲੀ ਚੋਰੀ ਕਰਕੇ ਅਰਬਾਂ ਰੁਪਈਆ ਇਕੱਠਾ ਕਰ ਲਿਆ ਮੈਨੂੰ ਦੇ। ਹਾਂ, ਮੇਰੇ 'ਚ ਇਹ ਕਮੀ ਹੋ ਸਕਦੀ ਆ। ਮੈਂ ਕਦੇ ਮੂਹਰੇ ਹੋ ਕੇ ਅਹੁਦਿਆਂ ਦੀ ਮੰਗ ਜਾਂ ਪੈਸੇ ਦੀ ਕਦੇ ਜ਼ਿੰਦਗੀ 'ਚ ਉਹਦੇ ਕਦੇ ਉਮੀਦ ਨਹੀਂ ਰੱਖੀ। ਸਾਰੀ ਜ਼ਿੰਦਗੀ ਉਸ ਇਨਸਾਨ ਲਈ, ਉਸ ਟੀਮ ਲਈ ਆਪਣਾ ਖੂਨ ਪਸੀਨਾ ਬਹਾਇਆ, ਔਰ ਮੈਂ ਇਕੱਲੇ ਨੇ ਨਹੀਂ ਬਹਾਇਆ, ਸਾਡੀ ਸਾਰੀ ਟੀਮ ਨੇ ਇਸ ਟੀਮ ਨੂੰ ਚੱਕਣ ਲਈ ਆਪਣਾ ਖੂਨ ਪਸੀਨਾ ਬਹਾਇਆ। ਪਰ ਜਦੋਂ ਸੱਜਣ ਕਿਸੇ ਮੁਕਾਮ ਤੇ ਪਹੁੰਚ ਗਏ ਤਾਂ ਉਹਨਾਂ ਸਾਡੇ ਨਾਲ ਕੀ ਕੀਤਾ ਉਹ ਸਾਰਾ ਜੱਗ ਜਾਣਦਾ, ਸਾਰੇ ਦੁਨੀਆ ਜਾਣਦੀ ਹੈ। ਪਰ ਅਹੁਦਿਆਂ ਦੀ ਮੰਗ ਕਰਨੀ ਹੁੰਦੀ ਤਾਂ ਉਹ ਅਕਾਲੀ ਦਲ ਕਿਉਂ ਛੱਡ ਦਿੰਦੇ? ਅਕਾਲੀ ਦਲ ਵਰਗੀ ਵੱਡੀ ਪਾਰਟੀ ਛੱਡੀ ਉਹਨਾਂ ਨੇ, ਸਿਰਫ ਆਪਣੇ ਭਰਾ ਦੇ ਖਾਤਰ ਛੱਡਤੀ। ਇਹ ਕੋਈ ਛੋਟੀ ਕੁਰਬਾਨੀ ਤਾਂ ਨਹੀਂ? ਇਹ ਤੁਹਾਨੂੰ ਇਹ ਕੁਰਬਾਨੀ ਦੇ ਪਿੱਛੇ ਦੂਜੀ ਕੁਰਬਾਨੀ ਨਹੀਂ ਨਾ ਪਤਾ। ਉਹ ਸੱਜਣ ਨੂੰ ਪਹਿਲਾਂ ਕੰਪਨੀ 'ਚੋਂ ਬਾਹਰ ਕੱਢਿਆ ਗਿਆ, ਉਹਨੂੰ ਕੰਪਨੀ 'ਚੋਂ ਬਾਹਰ ਕੱਢ ਕੇ ਉਹਨੂੰ MLA ਦੀ ਟਿਕਟ ਦਾ ਵਾਅਦਾ ਕੀਤਾ ਗਿਆ। ਮੈਂ ਜੇਲ੍ਹ ਕੱਟ ਕੇ ਆਇਆ, ਇਹ ਕਿਹਾ ਗਿਆ ਵੀ ਉਹਨੂੰ ਨਹੀਂ ਲੜਾਵਾਂਗੇ, ਤੈਨੂੰ ਲੜਾਵਾਂਗੇ, ਪਰ ਤੈਨੂੰ ਫੈਕਟਰੀ 'ਚੋਂ ਬਾਹਰ ਕਰਤਾ, ਤੇਰੇ ਪੁੱਤ ਨਹੀਂ, ਤੇਰੇ ਧੀ ਨਹੀਂ ਹੈਗਾ, ਤੂੰ ਪੈਸੇ ਇੰਨੇ ਕੀ ਕਰਨੇ ਆ। ਸੋ ਉਹਦੇ ਬਦਲ ਦੇ ਵਿੱਚ ਇਹਨੂੰ MLA ਲੜਾਈ ਗਈ ਆ, ਨਾ ਕਿ ਕੋਈ ਪਿਆਰ ਜਾਂ ਸਤਿਕਾਰ। ਜਿਹੜੀ ਪਿਆਰ ਤੇ ਸਤਿਕਾਰ ਤੇ ਜਿਹੜੀ ਭਾਸ਼ਾ ਕੈਮਰੇ ਦੇ ਪਿੱਛੇ ਆਪਦੇ ਵੱਡੇ ਭਰਾ ਨੂੰ ਬੋਲੀ ਜਾਂਦੀ ਹੈ ਨਾ, ਅਨਪੜ੍ਹ ਬੰਦਾ ਵੀ ਸ਼ਾਇਦ ਉਹ ਜਿਹੀ ਭਾਸ਼ਾ ਨਹੀਂ ਬੋਲਦਾ। ਸੋ ਜਿਹੜਾ ਪਿਆਰ ਸਤਿਕਾਰ ਆ, ਉਹ ਸਾਨੂੰ ਪਤਾ ਵੀ ਉਹ ਕਿੰਨਾ ਕੁ ਪਿਆਰ ਸਤਿਕਾਰ ਉਹਨੂੰ ਦੇ ਰਿਹਾ ਤੇ ਕਿਉਂ ਉਹਨੂੰ ਟਿਕਟ ਦਿੱਤੀ ਆ। ਥੋੜਾ ਇਤਿਹਾਸ ਦੱਸੋ, ਤੁਹਾਡਾ ਇਤਿਹਾਸ ਕੀ ਹੈ? ਕਦੋਂ ਤੋਂ ਤੁਸੀਂ ਜਾਣਦੇ ਹੋ ਆਪਸ ਦੇ ਵਿੱਚ? ਦੁਨੀਆ ਕਦੇ ਤੁਹਾਡੀ ਦੋਸਤੀ ਦੀਆਂ ਗੱਲਾਂ ਕਰਦੀ ਸੀ, ਕਦੇ ਕਿਹਾ ਜਾਂਦਾ ਸੀ ਕਿ ਜਾਂ ਸ਼ੋਲੇ ਦੇ ਜੈ ਤੇ ਵੀਰੂ ਹੋਏ ਆ, ਜਾਂ ਲੁਧਿਆਣੇ 'ਚ ਬੈਂਸ ਤੇ ਕਡਵਲ ਹੋਏ ਆ। ਇਹ ਦਰਾਰ ਕਿਵੇਂ ਪੈ ਗਈ? ਸੋ ਵਨ ਸਾਈਡਡ ਵਾਲਾ ਕੰਮ ਸੀਗਾ ਜ਼ਿੰਦਗੀ ਦੇ ਵਿੱਚ। ਮੈਂ ਉਸ ਪਰਿਵਾਰ ਤੋਂ ਕਦੇ ਨਿੱਕੇ ਪੈਸਾ ਦਾ ਕੋਈ ਫਾਇਦਾ ਜਾਂ ਕਦੇ ਉਹਨਾਂ ਤੋਂ ਕੋਈ ਆਪਦੀ ਜ਼ਰੂਰਤ ਕਦੇ ਪੂਰੀ ਨਹੀਂ ਕੀਤੀ। ਹਰ ਵਕਤ ਉਹਨਾਂ ਦੇ ਲਈ ਹੀ ਖੜੇ ਆ, ਉਹਨਾਂ ਲਈ ਹੀ ਕੰਮ ਕੀਤਾ, ਉਹਨਾਂ ਲਈ ਹੀ ਆਪਣੀ એનર્ਜੀ, ਆਪਣਾ ਪੈਸਾ ਬਰਬਾਦ ਕੀਤਾ। ਤੇ ਜਦੋਂ ਸਾਡੇ ਤੇ ਵਕਤ ਆਇਆ ਤੇ ਸਾਡੇ ਤੇ ਬੁਰੇ ਵਕਤ ਦੇ ਵਿੱਚ ਜੋ ਉਹਨਾਂ ਨੇ ਸਾਡੇ ਨਾਲ ਕੀਤਾ, ਉਸ ਦਾ ਮੈਂ ਬਿਆਨ ਕਰਨਾ ਵੀ ਬਹੁਤ ਮੁਸ਼ਕਲ ਆ। ਸੋ ਕਦੋਂ ਤੋਂ ਜਾਣਦੇ ਹੋ? ਕਿੰਨੀ ਪੁਰਾਣੀ ਸਾਂਝ ਹੈ ਤੁਹਾਡੀ? ਅਸੀਂ ਸ਼ੁਰੂਆਤ ਸਾਡੀ 8th ਕਲਾਸ ਦੇ ਵਿੱਚ ਅਸੀਂ ਇਕੱਠੇ ਹੋਏ ਸੀਗੇ, ਤੇ ਉਸ ਤੋਂ ਬਾਅਦ ਕਿਹੜੇ ਸਕੂਲ 'ਚ? ਇੱਥੇ ਗੁਰੂ ਨਾਨਕ ਸਕੂਲ, ਜਨਤਾ ਨਗਰ। ਇਕੱਠੇ ਪੜ੍ਹਦੇ ਸੀ ਤੁਸੀਂ? ਹਾਂਜੀ, ਉੱਥੋਂ ਫਿਰ ਸ਼ੁਰੂਆਤ। ਪਰ ਬੈਂਸ ਸਾਹਿਬ ਤਾਂ ਮੇਰੇ ਖਿਆਲ ਕਾਫੀ ਰਿਚ ਨੇ, ਉਹ ਤਾਂ ਉਹ ਵੀ ਉੱਥੇ ਹੀ ਪੜ੍ਹਦੇ ਸੀਗੇ। ਸੋ ਰਿਚ ਸਾਰਿਆਂ ਨੂੰ ਪਤਾ ਵੀ ਉਸ ਜਨਤਾ ਨਗਰ ਦੇ ਵਿੱਚ ਕਿੰਨੇ ਕੁ ਰਿਚ ਸੀ। ਠੀਕ ਆ, ਸਾਰੇ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਦੇ ਆ, ਪਹੁੰਚਣਾ ਵੀ ਬਣਦਾ, ਕੋਈ ਗਲਤ ਗੱਲ ਵੀ ਨਹੀਂ ਹੈਗੀ। ਕੋਈ ਮਾਂ ਦੇ ਢਿੱਡੋਂ ਅਮੀਰ ਨਹੀਂ ਜੰਮਦਾ। ਪਰ ਇਹ ਵੀ ਇੱਕ ਉਸ ਮਹੱਲੇ ਦੇ ਵਿੱਚ ਸਕੂਟਰ ਤੇ ਚੱਲਣ ਵਾਲਾ ਪਰਿਵਾਰ ਹੋਇਆ ਕਰਦਾ ਸੀ। ਅੱਛਾ। ਤੇ ਵਕਤ ਨੇ ਨਾਲ ਪੋਲਿਟਿਕਸ ਨੂੰ ਕਿਸ ਤਰੀਕੇ ਮਿਸਯੂਜ਼ ਕਰਕੇ ਉਸੇ ਲਾਈਨ ਦੇ ਵਿੱਚ ਜਿਹੜਾ ਪ੍ਰੋਡਕਟ ਇਹ ਬਣਾਉਂਦੇ ਨੇ, ਉਹ ਲਾਈਨ ਦੇ ਬੰਦਿਆਂ ਦੇ ਘਰਾਂ ਨੂੰ ਪੇਂਟ ਵੀ ਨਹੀਂ ਹੋ ਰਿਹਾ, ਤੇ ਇੱਥੇ ਮਹਿਲ ਖੜੇ ਹੋ ਗਏ। ਸੋ ਉਹ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਐਸੀ ਗੱਲ ਹੋ ਰਹੀ ਹੈ ਜਿਹਦੇ ਕਰਕੇ ਇਹ ਮਲਟੀਪਲਾਈ ਇੰਨੀ ਤੇਜ਼ੀ ਨਾਲ ਹੋ ਕੇ ਅੱਜ ਪੰਜਾਬ ਦਾ ਕੋਈ ਐਸਾ ਪੋਲੀਟੀਸ਼ੀਅਨ ਨਹੀਂ ਹੋਣਾ ਜਿਹੜਾ ਇਹਨਾਂ ਦੇ ਨੇੜੇ ਤੇੜੇ ਖੜਦਾ ਹੋਵੇ। ਜਿਹੜੇ ਸੱਜਣਾ ਕੋਲੇ 97 ਦੇ ਵਿੱਚ 100 ਗਜ ਕੰਮ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਸੀ, ਜਿਹੜੇ ਉਹਨਾਂ ਦੇ ਪਿਤਾ ਜੀ ਨੇ ਇੱਕ ਦਿੱਤੀ ਸੀ, ਉਸ ਜਗ੍ਹਾ ਨੂੰ ਛੱਡ ਕੇ 100 ਗਜ ਜਗ੍ਹਾ ਨਹੀਂ ਹੋਇਆ ਕਰਦੀ ਸੀ, ਤੇ ਆਪਣੇ ਸਾਥੀਆਂ ਦਾ ਸਹਾਰਾ ਲੈ ਕੇ, ਸਾਥੀਆਂ ਦੀ ਪ੍ਰਾਪਰਟੀ ਲੈ ਕੇ ਉੱਥੇ ਕੰਮ ਕਰਕੇ ਤੇ ਐਡੀ ਛੇਤੀ ਆਪਣੇ ਸਾਥੀਆਂ ਨੂੰ ਛੱਡ ਕੇ ਇੰਨੀ ਗਾਂ ਕਿਵੇਂ ਨਿਕਲ ਸਕਦੇ ਆ? ਤੁਸੀਂ ਵੀ 100 ਗਜ ਜਗ੍ਹਾ ਸੀ 1997 ਤੁਸੀਂ ਦੱਸ। ਬਿਲਕੁਲ ਜੀ, ਜਿਹੜਾ ਇਹਨਾਂ ਦੇ ਕਡਵਲ ਸਾਹਿਬ ਮਿਹਨਤ ਕੀਤੀ ਹੋਣੀ ਹੈ, ਕੋਈ ਵੀ ਬੰਦਾ ਮਿਹਨਤ ਕਰਕੇ ਪੈਸਾ ਕਮਾ ਸਕਦਾ ਹੈ। ਬਿਲਕੁਲ ਤੁਹਾਡੀ ਗੱਲ ਹੈ ਜੀ, ਮਿਹਨਤ ਹੋ ਸਕਦੀ ਹੈ। ਜਿਹੜੇ ਬਾਕੀ ਵੀ ਇਸ ਲਾਈਨ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਮਿਹਨਤ ਕਿਹੜਾ ਆਉਂਦੀ ਨਹੀਂ, ਉਹ ਵੀ ਮਿਹਨਤ ਕਰਨੀ ਜਾਣਦੇ ਆ। ਪਰ ਜਿਹੜੀ ਚੋਰੀ ਇਹ ਕੀਤੀ ਇਹਨਾਂ ਨੇ, ਉਹ ਉਹਨਾਂ ਨੂੰ ਕਰਨੀ ਨਹੀਂ ਨਾ ਆਉਂਦੀ ਸੀ। ਸਿਲਾਈ ਮਸ਼ੀਨ ਇੱਕ ਐਸਾ ਪ੍ਰੋਡਕਟ ਆ ਜਿਹਦੇ ਵਿੱਚੋਂ ਮੈਂ ਸਮਝਦਾ ਕਿ ਬਰਾਦਾ ਵੀ ਨਹੀਂ ਬਚਦਾ।
ਤੇ ਉੱਥੋਂ ਅਰਬਾਂ ਖਰਬਾਂ ਰੁਪਈਆ ਬਣ ਗਿਆ। ਇਮਾਨਦਾਰੀ ਇਹ ਕਹਿੰਦੇ ਜੀ ਅਸੀਂ ਸਾਡੀ ਬਹੁਤ ਅਸੀਂ ਪੈਸਾ ਨਹੀਂ ਕਿਸੇ ਕੋਲੋਂ ਲੈਂਦੇ। ਤੇ ਫਿਰ ਇੰਨੀ ਮਾਇਆ ਇਕੱਠੀ ਹੋਣ ਦਾ ਕੀ ਕਾਰਨ ਹੋ ਸਕਦਾ, ਤੁਸੀਂ ਵੀ ਸਾਰੇ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। ਸੋ ਚੱਲਿਆ ਆ ਰਿਹਾ ਉਸ ਸਮੇਂ ਤੋਂ ਇਸ ਪਰਿਵਾਰ ਦੇ ਨਾਲ, ਤੁਸੀਂ ਕਹਿ ਰਹੇ ਹੋ ਕਦ ਤੋਂ ਚੱਲੇ ਆ, ਉਸ ਸਮੇਂ ਤੋਂ ਇਸ ਪਰਿਵਾਰ ਨਾਲ ਚੱਲਦੇ ਆ ਰਹੇ ਆ ਵੀ ਇਹਨਾਂ ਨੂੰ ਕਿਸੇ ਮੁਕਾਮ ਤੇ ਪਹੁੰਚਾਈਏ, MLA ਬਣੂਗਾ, ਇਹ ਬਹੁਤ ਹੀ ਨੇਕ ਕੰਮ ਕਰੂਗਾ। ਤੇ ਉਹ ਆਸਾਂ ਉਮੀਦਾਂ ਲੈ ਕੇ ਤੁਰੇ ਸੀਗੇ, ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਪੋਲਿਟਿਕਸ ਆ ਜਿਹੜੀ ਜਾਂ ਪਾਵਰ ਤੇ ਪੈਸੇ ਦੀ ਤਾਕਤ ਇੰਨੀ ਜ਼ਿਆਦਾ ਹੁੰਦੀ ਆ ਵੀ ਸਾਰੇ ਰਿਸ਼ਤਿਆਂ ਨੂੰ ਭੁਲਾ ਦਿੰਦੀ ਆ। ਸੋ ਜਦੋਂ ਇਹ ਕਿਸੇ ਮੁਕਾਮ ਤੇ ਪਹੁੰਚ ਗਏ, ਇੱਕ ਇੱਕ ਕਰਕੇ, ਮੈਂ ਸਭ ਤੋਂ ਪੁਰਾਣੇ ਸਾਥੀ ਦੀ ਗੱਲ ਕਰਦਾ ਜਗਬੀਰ ਸਿੰਘ ਸੋਖੀ ਦੀ, ਮੈਂ ਉਸ ਤੋਂ ਬਾਅਦ ਗੱਲ ਕਰਦਾ ਰਣਜੀਤ ਸਿੰਘ ਓਬੀ ਦੀ, ਮੈਂ ਉਸ ਤੋਂ ਬਾਅਦ ਕਰਦਾ ਸਤਪਾਲ ਲਹਾਰਾ ਜੀ, ਉਸ ਤੋਂ ਬਾਅਦ ਗੱਲ ਕਰੋ ਕਮਲਜੀਤ ਸਿੰਘ ਕੜਵਾ, ਉਸ ਤੋਂ ਬਾਅਦ ਗੱਲ ਕਰੋ ਸੋਮਾ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਖੁਰਾਣਾ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਸਰਬਜੀਤ ਸਿੰਘ ਬਾਬਾ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਕੋਚਰ ਸਾਹਿਬ। ਸੋ ਅੱਜ ਇਹ ਸਾਰੇ ਸਾਥੀ ਕਿਉਂ ਛੱਡ ਕੇ ਚਲੇ ਗਏ? ਜੋ ਹੈਂਕੜਬਾਜੀ, ਜੋ ਆਪਣੇ ਸਵਾਰਥ ਲਈ ਫੈਸਲੇ, ਆਪਣੇ ਆਪ ਨੂੰ ਪ੍ਰਮੋਟ ਕਰਕੇ ਦੂਸਰਿਆਂ ਨੂੰ ਫਾਈਨੈਂਸ਼ਲੀ ਤੌਰ ਤੇ ਸਾਰਿਆਂ ਨੂੰ ਸਾਫ਼ ਕਰਤਾ। ਇਸ ਪਰਿਵਾਰ ਨੇ ਸਿਰਫ ਯੂਜ਼ ਐਂਡ ਥਰੋ ਤੋਂ ਬਿਨਾਂ ਕੁਝ ਨਹੀਂ ਕੀਤਾ। ਪਰ ਉਹ ਕਿਉਂ ਨਹੀਂ ਚਾਹੁੰਦੇ ਹੋਣਗੇ? ਜੇ ਉਹਨਾਂ ਦੇ ਨਾਲ ਦੇ ਅੱਗੇ ਵਧਦੇ ਹੈ, ਪਾਰਟੀ ਅੱਗੇ ਵਧੂਗੀ, ਪੰਜਾਬ ਪੱਧਰ ਤੇ ਜਾਊਗੀ ਪਾਰਟੀ। ਇਸੇ ਕਰਕੇ ਨਹੀਂ ਗਈ। ਬਿਲਕੁਲ ਤੁਹਾਡਾ ਕੁਐਸਚਨ ਸਹੀ ਆ। ਜੇ ਇਹ ਸੋਚ ਰੱਖ ਕੇ ਚੱਲਦੇ ਹੁੰਦੇ, ਆਪਣੇ ਸਾਥੀਆਂ ਨੂੰ, ਜੜ੍ਹਾਂ ਨੂੰ ਨਾ ਵੱਢਿਆ ਹੁੰਦਾ, ਅੱਜ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਿਆ ਹੁੰਦਾ। ਸਿਰਫ ਮਕਸਦ ਇੱਕੋ ਹੀ ਆ ਵੀ ਜੋ ਚੀਜ਼ ਆਵੇ ਘਰ 'ਚ ਹੀ ਆਵੇ, ਘਰੋਂ ਬਾਹਰ ਨਾ ਜਾਵੇ। ਸੋ ਇਸ ਚੱਕਰ ਦੇ ਵਿੱਚ ਇਹ ਜਿਹੜਾ ਸਾਰਾ ਧੜਾ ਖੇਰੂ ਕਰਕੇ ਬਹਿ ਗਏ, ਸਾਰੀ ਟੀਮ ਖੇਰੂ ਕਰਕੇ ਬਹਿ ਗਏ। ਤੇ ਇਸ ਕਰਕੇ ਇਹ ਕੜਵਲ ਸਾਹਿਬ ਇਹੋ ਜਿਹਾ ਬੰਦਾ ਜਿਹੜਾ ਸਰਕਾਰਾਂ ਨਾਲ ਮੱਥੇ ਕੱਲਾ ਲਾ ਰਿਹਾ ਹੈ, ਪਿਛਲੀ ਸਰਕਾਰ ਵੇਲੇ ਵੀ ਕੱਲੇ ਗੱਜਦੇ ਸੀਗੇ, ਵਿਧਾਨ ਸਭਾ 'ਚ ਵੀ ਤੇ ਬਾਹਰ ਵੀ, ਹੁਣ ਵੀ ਉਹ ਕਦੇ ਤੁਸੀਂ ਵੇਰਕਾ ਦੇ ਵਿੱਚ ਦੇਖਦੇ ਹੋ ਜਾ ਕੇ ਉਹ ਮੱਥਾ ਲਾ ਲੈਂਦੇ ਆ, ਪਾਸਪੋਰਟ ਦਫ਼ਤਰ 'ਚ ਮੱਥਾ ਲਾਇਆ, ਕਦੇ ਕਿਤੇ ਹੋਰ ਮੱਥਾ ਲਾਉਂਦੇ ਆ। ਜੇ ਉਹ ਸਵਾਰਥੀ ਹੋਵੇ ਤਾਂ ਉਸ ਬੰਦੇ ਨੂੰ ਕੀ ਲੋੜ ਪਈ ਹੈ ਕੰਮ ਕਰਨ ਦੀ? ਇਹਦੇ ਰਿਜ਼ਲਟ ਕੀ ਆ ਉਹ ਵੀ ਤੁਸੀਂ ਦੱਸ ਦਿਓ। ਕੀ ਸਿਰਫ ਆਪਾਂ ਲਾਈਕ ਹੀ ਲੈਣੇ ਹੁੰਦੇ ਆ? ਫੇਸਬੁੱਕ ਦੇ ਉੱਤੇ ਹੀ ਆਪਾਂ ਕੰਮ ਕਰਨਾ ਹੁੰਦਾ? ਆਪਾਂ ਗਏ ਪਾਸਪੋਰਟ ਆਫਿਸ, ਰਿਜ਼ਲਟ ਦੱਸੋ ਕੀ ਆ? ਆਪਾਂ ਕਿਸੇ ਪ੍ਰਿੰਸੀਪਲ ਟੀਚਰ ਨੂੰ ਜਾ ਕੇ ਮਾੜਾ ਚੰਗਾ ਬੋਲ ਕੇ ਆਏ, ਉੱਥੇ ਦਲਿਤ ਭਾਈਚਾਰੇ ਦਾ ਨਾਂ ਵਰਤ ਕੇ ਦੁਕਾਨ ਚਲਾ ਕੇ ਆਇਆ, ਕੀ ਦਿੱਤਾ ਦਲਿਤ ਭਾਈਚਾਰੇ ਨੂੰ? ਗਏ ਆਪਣੇ ਵੇਰਕਾ 'ਚ ਗਏ, ਕੀ ਹੋਇਆ? ਆ ਪਰਸੋਂ ਚੌਥ ਦਾ ਇੱਕ ਨਵਾਂ ਡਰਾਮਾ ਹੋਇਆ। ਆ ਜਿਹੜਾ ਬੱਸਾਂ ਵਾਲਾ ਜਾ ਕੇ, ਮਜ਼ਦੂਰ ਜਿਹੜੇ ਬੱਸਾਂ ਲੈ ਕੇ ਬੱਸਾਂ ਦੇ ਵਿੱਚ ਜਾਂਦੇ ਸੀ, ਉਹਨਾਂ ਨੂੰ ਜਾ ਕੇ ਬੱਸਾਂ ਰੁਕਵਾਤੀਆਂ। ਕੀ ਰਿਜ਼ਲਟ ਆਏ? ਜਾਂ ਤਾਂ ਬੱਸਾਂ ਚਾਲੂ ਕਰਾ ਦਿੰਦੇ, ਪਾਪਾ ਕਹਿੰਦੇ ਵੀ ਬਹੁਤ ਭਲਾ ਕਰਕੇ ਆਇਆ, ਤੇ ਜਾ ਕੇ ਆਪਣੀ ਰਾਜਨੀਤੀ ਕਰਿਆਂ ਦੀ ਚਮਕਾਇਆਂ ਦੀ ਫੇਸਬੁੱਕ ਤੇ ਲਾਈਕ ਲੈ ਲੇ, ਉਹ ਗਰੀਬ ਆਦਮੀ ਤੁਰ ਕੇ ਹੁਣ ਜਾਣਗੇ। ਸੋ ਅੱਜ ਉਹਨਾਂ ਲਈ ਹਰ ਜਗ੍ਹਾ, ਹਰ ਬੰਦੇ ਲਈ ਮੁਸੀਬਤ ਖੜੇ ਕਰਨਾ ਤੇ ਹਰ ਇੱਕ ਦੀ ਚਰਬੀ ਨਾਲ ਦੀਵਾ ਚਲਾਉਣਾ, ਇਸ ਸੱਜਣ ਦੀ ਆਦਤ ਬਣ ਚੁੱਕੀ ਆ। ਆਪਦੇ ਆਪ ਨੂੰ ਬਚਾਉਣ ਲਈ ਕਦੇ ਕਿਸੇ ਅਫਸਰ ਨੂੰ ਫੜਿਆ ਜਾਂਦਾ ਤੇ ਉਹਦੇ ਚਰਬੀ ਕੱਢ ਕੇ ਫਿਰ ਆਪਣਾ 2 ਮਹੀਨੇ ਦੀਵਾ ਚਲਾਇਆ ਜਾਂਦਾ, 2 ਮਹੀਨਿਆਂ ਬਾਅਦ ਫਿਰ ਕਿਸੇ ਹੋਰ ਨੂੰ ਫੜਿਆ ਜਾਂਦਾ। ਸੋ ਰਿਜ਼ਲਟ ਕੀ ਆ? ਪਬਲਿਕ ਨੂੰ ਮਿਲਿਆ ਕੀ ਫੇਸਬੁੱਕ ਗਰਾਊਂਡ ਲੈਵਲ ਦੇ ਉੱਤੇ ਕੀ ਅੱਜ ਇੰਡਸਟਰੀ ਦੀ ਕੋਈ ਗੱਲ ਕੀਤੀ ਗਈ? ਅੱਜ ਕਿਸੇ ਵਪਾਰ ਦੀ ਕੋਈ ਗੱਲ ਕੀਤੀ ਗਈ? ਕੋਈ ਡਿਵੈਲਪਮੈਂਟ ਦੀ ਗੱਲ ਕੀਤੀ ਗਈ? ਅੱਜ ਸ਼ਿਮਲਾਪੁਰੀ ਦੇ ਵਿੱਚ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਹੈ ਨਹੀਂ, ਕਦੇ ਗੱਲ ਕੀਤੀ ਗਈ? ਸੋ ਹਲਕੇ ਦੀ ਇੱਕ ਵੀ ਕੋਈ ਗੱਲ ਨਹੀਂ ਕੀਤੀ ਗਈ। ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਰਾਜਸਥਾਨ ਤੋਂ ਪੈਸੇ ਲੈ ਕੇ ਆਉਣੇ ਆ, ਉੱਥੇ ਖੱਡ 'ਚੋਂ ਫਲਾਨਾ ਸਿੰਘ ਰੇਤਾ ਚੋਰੀ ਕਰੀ ਜਾਂਦਾ, ਵੀ ਤੇਰੇ ਘਰ 'ਚ ਬਿਜਲੀ ਚੋਰੀ ਹੋ ਰਹੀ ਆ। ਕਿਹਦੇ ਘਰ 'ਚ? ਇਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਜਦੋਂ ਬਿਜਲੀ ਚੋਰੀ ਹੁੰਦੀ ਸੀ, ਜਿੱਥੇ ਇਹਨਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਪਏ ਹੋਏ, ਅੱਜ ਬਕਾਇਆ ਖੜੇ ਨੇ, ਅੱਜ ਕਰੋੜਾਂ ਰੁਪਏ ਦੇ ਬਕਾਇਆ ਖੜੇ ਨੇ ਪੈਸੇ। ਉਹ ਪੈਸੇ ਉਹ ਤਾਂ ਇਹਨਾਂ ਨੂੰ ਦਿੰਦੇ ਨਹੀਂ ਵੀ ਸਾਡੇ ਘਰ 'ਚ ਚੋਰੀ ਹੁੰਦੀ ਆ। ਇੱਕ ਦਿਨ ਆਪਦੇ ਭਰਾ ਦੀ ਵੀ ਬਿਜਲੀ ਚੋਰੀ ਕਰਦੇ ਦੀ ਵੀਡੀਓ ਬਣਾ ਕੇ ਪਾ ਦੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਪੋਲਿਟਿਕਸ ਛੱਡ ਕੇ ਆਪਦੇ ਘਰੇ ਚਲੇ ਜਾਊਂਗਾ। ਤੁਸੀਂ ਕਹਿ ਰਹੇ ਹੋ ਕਿ ਬੈਂਸ ਬ੍ਰਦਰਸ ਚੋਂ ਕਿਸੇ ਇੱਕ ਭਰਾ ਦੇ ਘਰ ਦੇ ਅੰਦਰ ਜਾਂ ਫੈਕਟਰੀ ਦੇ ਅੰਦਰ ਬਿਜਲੀ ਚੋਰੀ ਹੋ ਰਹੀ ਹੈ? ਸੋ ਇਹ ਫੈਕਟਰੀ ਦੇ ਜਿਹੜੇ ਇਹਨਾਂ ਨੂੰ 2 ਕਰੋੜ ਰੁਪਏ ਦਾ ਤਾਂ ਲਗਭਗ ਇੱਕ ਇਹਨਾਂ ਦਾ ਬੈਲੈਂਸ ਖੜਾ, ਤੇ ਬਾਕੀ ਜਿਹੜੀਆਂ ਹੋਰ ਫਰਮਾਂ ਨੇ ਉਹਦੇ ਵਿੱਚ ਵੀ ਜਿਹੜੇ ਇਹਨਾਂ ਨੇ ਇਹਨਾਂ ਨੂੰ ਸਾਰਿਆਂ ਦੇ ਵਿੱਚ ਬਿਜਲੀ ਚੋਰੀ ਦੇ ਪੈਸੇ ਪਏ ਹੋਏ ਨੇ। ਮੰਨ ਲੈਂਦੇ ਆ ਕਈ ਜਗ੍ਹਾ ਤੇ ਤਾਂ ਜਾ ਕੇ ਦੂਜੇ ਮੀਟਰ ਨੂੰ ਵੀ ਇੰਨਾ ਪਿੱਛੇ ਕਰਤਾ ਵੀ ਪੈਸੇ ਵੀ ਰਿਫੰਡ ਲੈ ਲਏ। ਸੋ ਐਸੀ ਕਲਾਕਾਰੀ ਕਰਕੇ ਜੇ ਕਿਤੇ ਬਿਜਲੀ ਬੋਰਡ ਨੇ 2 ਮੀਟਰ ਲਾਉਣ ਦੀ ਯਤਨ, ਤਰਕ ਤੇ ਗੱਲ ਕਰ ਰਹੇ ਹੋ ਤੁਸੀਂ, ਸਬੂਤ ਹੈਗੇ ਤੁਹਾਡੇ ਕੋਲ? ਏਡੇ ਵੱਡੇ ਦੋਸ਼ ਤੁਸੀਂ ਲਾ ਰਹੇ ਹੋ। ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਤਾਂ ਅਜੇ ਪੈਂਡਿੰਗ ਪੇਮੈਂਟ ਖੜੀ ਆ ਜੀ। ਮੈਂ ਕੀ ਦਾ ਆ ਰਿਹਾ? ਤੁਸੀਂ ਸਵੇਰੇ ਉਹਦਾ ਡਿਟੇਲ ਲੈ ਲਓ, ਮੈਂ ਤੁਹਾਨੂੰ ਡਿਟੇਲ ਦੇ ਦਿੰਨਾ। ਜਿਹੜਾ ਪੈਸਾ ਹਜੇ ਉਹਨਾਂ ਕੋਲ ਬਿਜਲੀ ਬੋਰਡ ਦਾ ਬਾਕੀ ਖੜਾ, ਤੇ ਅੱਜ ਆਪਾਂ ਫੈਕਟਰੀ ਚੱਕ ਕੇ ਕਿਤੇ ਹੋਰ ਲਾ ਲਈ,
ਤੇ ਜੇ ਇਹੀ ਕਿਤੇ ਜਨਤਾ ਨਗਰ ਸ਼ਿਮਲਾਪੁਰੀ ਦੇ ਕਿਸੇ ਇੰਡਸਟਰੀਲਿਸਟ ਨੇ ਕਿਸੇ ਕਿਤੇ ਮਾੜੇ ਹਾਲਾਤਾਂ 'ਚ 30,000 ਦਾ ਬਿੱਲ ਰਹਿੰਦਾ ਹੁੰਦਾ ਤੇ ਚੱਕ ਕੇ ਉਹਦੇ ਭਰਾ ਦਾ ਵੀ ਕਨੈਕਸ਼ਨ ਕੱਟੇ ਆਉਂਦੇ ਨੇ, ਤੇ ਇਹਦੇ ਭਰਾਵਾਂ ਦਾ ਕਨੈਕਸ਼ਨ ਕਿਉਂ ਨਹੀਂ ਕੱਟਿਆ ਜਾਂਦਾ? ਕੀ ਕਾਰਨ ਆ? ਕਿਉਂ ਡਰਦਾ ਬਿਜਲੀ ਬੋਰਡ ਇਹਨਾਂ ਕੋਲੋਂ? ਕਿਉਂਕਿ ਉਹ ਆਪ ਉਹਨਾਂ ਦਾ ਦਾਮਨ ਸਾਫ਼ ਨਹੀਂ, ਤਾਂ ਕਰਕੇ ਐਸੇ ਬੰਦਿਆਂ ਨੂੰ ਇਹਨਾਂ ਨੇ ਹਮੇਸ਼ਾ ਯੂਜ਼ ਕਰਕੇ ਆਪਣੀ ਦੁਕਾਨ ਚਲਾਈ ਆ, ਉਹ ਚਲਾ ਰਹੇ ਨੇ। ਤੁਸੀਂ ਇਹ ਦੋਸ਼ ਲਾ ਰਹੇ ਹੋ ਕਿ ਓਨੈਸਟ ਨਹੀਂ ਹੈਗੇ, ਇਮਾਨਦਾਰ ਨਹੀਂ ਹੈਗੇ? ਬਿਲਕੁਲ ਨਹੀਂ, ਮੈਂ ਨਹੀਂ ਕਹਿੰਦਾ ਡਾਇਰੈਕਟ, ਪਰ ਲੋਕ ਤਾਂ ਇਸੇ ਗੱਲ ਕਰਕੇ ਸਿਫਤਾਂ ਕਰਦੇ ਆ ਕਿ ਪੰਜਾਬ ਦੇ ਇਮਾਨਦਾਰ ਲੀਡਰ ਨੇ। ਮੈਂ ਕਹਿੰਦਾ ਵੀ ਉਸ ਇਨਸਾਨ ਨੇ ਅੱਜ ਤੱਕ ਕਿਸੇ ਤੋਂ ਸਿੱਧਾ 5 ਰੁਪਏ ਨਹੀਂ ਲਏ, ਪਰ ਉਸ ਬੰਦੇ ਨੇ ਬਲੈਕਮੇਲ ਕਰਕੇ ਹਰ ਮਹਿਕਮੇ ਨੂੰ ਆਪਣੇ ਕਾਰੋਬਾਰ ਦੇ ਵਿੱਚ ਕਾਲੇ ਰੁਪਈਏ ਨੂੰ ਚਿੱਟਾ ਕਰਨ ਦਾ ਜਿਹੜਾ ਉੱਥੇ ਕੰਮ ਤੋਰਿਆ ਹੋਇਆ, ਇਹ ਸਾਰਾ ਬਲੈਕ ਮਨੀ ਨੂੰ ਉੱਥੇ ਵਾਈਟ ਕੀਤਾ ਜਾਂਦਾਗਾ। ਜਿਹੜੇ ਮਾੜੇ ਤੰਗੇ ਕੰਮ ਕਰਕੇ ਉੱਥੇ ਰੁਪਈਆਂ ਨੂੰ ਕੈਸ਼ ਕੀਤਾ ਜਾਂਦਾ। ਜਦੋਂ ਤੁਹਾਡੀ ਮੁਲਾਕਾਤ ਹੋਈ ਹੈ, ਜਦੋਂ ਜਿਹੜੇ ਦਿਨਾਂ 'ਚ ਤੁਸੀਂ ਕਹਿੰਦੇ ਹੋ ਕਿ ਸ਼ੁਰੂਆਤ 8ਵੀਂ 9ਵੀਂ 'ਚ ਇਕੱਠੇ ਪੜ੍ਹਦੇ ਸੀਗੇ, ਉਦੋਂ ਇਹਨਾਂ ਦੇ ਹਾਲਾਤ ਕੀ ਸੀਗੇ? ਦੇਖੋ, ਉਦੋਂ ਫਾਈਨੈਂਸ਼ੀਅਲੀ ਹਾਲਾਤ ਤਾਂ ਕੋਈ ਬਹੁਤ ਅੱਛੇ ਨਹੀਂ ਸੀਗੇ। ਇਹ ਕੋਈ ਜੁਰਮ ਵੀ ਨਹੀਂ ਹੁੰਦਾ ਜ਼ਿੰਦਗੀ 'ਚ, ਇੱਕੋ ਜਿਹੇ ਹਾਲਾਤ ਕਦੇ ਨਹੀਂ ਰਹਿੰਦੇ। ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਕੋਈ ਮਾੜਾ ਕੰਮ ਸੀ, ਉਹ ਹਾਲਾਤ ਅੱਛੇ ਨਹੀਂ ਸੀਗੇ, ਪਰ 97 ਤੋਂ ਬਾਅਦ ਇੱਕਦਮ ਐਡਾ ਵੱਡਾ ਚੇਂਜ, ਇਹ ਬੜਾ ਹੈਰਾਨੀ ਵਾਲੀ ਗੱਲ ਆ। ਉਹ ਵੀ ਇਮਾਨਦਾਰੀ ਨਾਲ, ਇਮਾਨਦਾਰੀ ਸਿਰਫ ਆਪਣੇ ਟੀਮ ਲਈ ਇਮਾਨਦਾਰੀ ਰਹੀ ਆ। ਟੀਮ ਇਹਦੀ ਅੱਜ ਵੀ ਮੈਂ ਕਹਿੰਦਾ ਵੀ ਉਸ ਗਰੁੱਪ ਦੇ ਵਿੱਚ ਜਿੰਨੇ ਵੀ ਬੈਂਸ ਦੇ ਸਪੋਰਟਰ ਨੇ ਉਹ ਇਮਾਨਦਾਰ ਆ, ਚਾਹੇ ਉਹਦੇ ਕਾਉਂਸਲਰ ਆ ਤੇ ਚਾਹੇ ਉਹਦੇ ਸਪੋਰਟਰ ਆ, ਪਰ ਇਹ ਖੁਦ ਇਮਾਨਦਾਰ ਨਹੀਂ, ਕਿਉਂਕਿ ਇਹਦੇ ਜਿੰਨੇ ਸਪੋਰਟਰ ਨੇ ਉਹਦੇ ਬਹੁਤਿਆਂ ਦੇ ਘਰ ਇਹਨੇ ਬਕਵਾਤੇ, ਤੇ ਜਿਹੜੇ ਰਹਿੰਦੇ ਆ ਉਹਨਾਂ ਦੇ ਰਿਜ਼ਲਟ ਤੁਸੀਂ ਦੇਖ ਲਿਓ ਵੀ ਥੋੜੀ ਦੇਰ ਤੁਸੀਂ ਵੀ ਅਕਸਰ ਇਹ ਕਹਿੰਦੇ ਰਹਿੰਦੇ ਹੋ ਕਿ ਤੁਹਾਡੇ ਤੇ ਮਾੜਾ ਸਮਾਂ ਆਇਆ, ਤੁਹਾਡਾ ਘਰ ਤੱਕ ਵਿਕਣ ਤੇ ਆ ਗਿਆ, ਉਹਨਾਂ ਦਿਨਾਂ 'ਚ ਇਹਨਾਂ ਨੇ ਤੁਹਾਡੀ ਬਾਂਹ ਨਹੀਂ ਫੜੀ। ਨਹੀਂ, ਮੇਰਾ ਦੇਖੋ, ਮੈਂ ਐਕਸਪੈਂਸ਼ਨ ਕੀਤੀ ਪਲਾਂਟ ਦੀ 2014 ਦੇ ਵਿੱਚ। ਮੈਂ ਰੇਲਵੇ ਕੰਪੋਨੈਂਟ ਬਣਾਉਣਾ, ਮੈਂ ਇੰਡੀਅਨ ਰੇਲਵੇ ਨੂੰ ਕਰਦਾ ਸਪਲਾਈ, ਸਵਰਾਜ ਟਰੈਕਟਰ ਨੂੰ ਸਪਲਾਈ ਕਰਦਾ। ਜਦੋਂ ਇਹਨਾਂ ਦੀ MP ਦੀ ਇਲੈਕਸ਼ਨ ਲੜੀ ਆ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਮੇਰਾ ਪਲਾਂਟ ਸਟਕ ਹੋਇਆ ਹੈ, ਤੁਸੀਂ ਇਲੈਕਸ਼ਨ ਨਾ ਲੜੋ, ਮੈਂ ਪ੍ਰੋਬਲਮ 'ਚ ਆ ਜਾਊਂਗਾ। ਪਰ ਛਾਤੀ ਤੇ ਹੱਥ ਮਾਰ ਕੇ ਜਦੋਂ ਕੋਈ ਦੋਸਤ ਗੱਲ ਕਹਿ ਦਿੰਦਾ ਹੁੰਦਾ, ਤੂੰ ਘਬਰਾਉਣਾ ਕਿਉਂ, ਮੈਂ ਬੈਠਾ, ਫਿਰ ਇਦੂ ਸ਼ਬਦਾਂ ਤੋਂ ਉੱਤੇ ਰੱਬ ਜਿੱਦਾਂ ਹੀ ਭਰੋਸਾ ਹੁੰਦਾ। ਇਹ ਕਿਹਨੇ ਕਿਹਾ ਤੁਹਾਨੂੰ? ਸਿਮਰਜੀਤ ਸਿੰਘ ਬੈਂਸ ਨੇ। ਪਰ ਜਦੋਂ ਹਾਲਾਤ ਡਾਊਨਫਾਲ ਵਾਲੇ ਪਾਸੇ ਚੱਲੇ ਤੇ ਸਭ ਤੋਂ ਪਹਿਲਾਂ ਛੱਡ ਕੇ ਇਹ ਸੱਜਣ ਭੱਜੇ। ਮੈਂ ਇਹਦੇ ਘਰ ਜਾ ਕੇ ਇਹਦੀਆਂ ਮਿੰਨਤਾਂ ਕੀਤੀਆਂ ਵੀ ਇਦਾਂ ਨਾ ਕਰ, ਮੈਂ ਤੇਰੇ ਕੋਲ ਕੋਈ ਫਾਈਨੈਂਸ਼ੀਅਲੀ ਮਦਦ ਨਹੀਂ ਲੈਣ ਆਇਆ, ਆ ਮੇਰੇ 5-4 ਕਿੱਲੇ ਕਿਸੇ ਪਾਸੋਂ ਇੰਨਾ ਹੀ ਆ, ਕਿਸੇ ਫਾਈਨੈਂਸਰ ਨੂੰ ਕਹਿ ਦੇ ਵੀ ਆ ਚੱਕ ਲਾ, ਤੇ ਮੈਂ ਨਿਕਲ ਗਿਆ। ਸੋ ਚਲੋ, ਇਹਨਾਂ ਨੇ ਉਹ ਵੀ ਮੇਰਾ ਵਿਕਣ ਦੇ ਵਿੱਚ ਡਿੱਕਾ ਦੇਣ ਦੀ ਕੋਸ਼ਿਸ਼ ਕੀਤੀ। ਚਲੋ, ਕੁਝ ਐਸੇ ਸਪੋਰਟਰ ਹੋਰ ਸਾਥੀ ਮਿਲੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਮੇਰੀ ਸ਼ਾਇਦ ਕਦੇ ਉਹਨਾਂ ਨੂੰ ਲੋੜ ਪਈ ਹੁੰਦੀ ਤਾਂ ਤੁਸੀਂ ਸਾਥ ਦੇ ਦਿੰਦੇ, ਉਦੋਂ ਉਹ ਤੁਹਾਡਾ ਦੇ ਦਿੰਦੇ। ਤੇ ਜਿਹੜੀ ਉਹ ਫੈਕਟਰੀ ਦੀ ਜਗ੍ਹਾ ਸੀ, ਉਹ ਮੈਂ ਦਾਨ ਹੀ ਕੀਤੀ ਆ ਉਹਨਾਂ ਨੂੰ, ਉਹ ਦਾਨ ਹੀ ਕੀਤੀ ਆ। ਜਿਹੜੇ ਬੰਦੇ ਕੋਲ 100 ਗਜ਼ ਜਗ੍ਹਾ ਕੰਮ ਕਰਨ ਨੂੰ ਨਹੀਂ ਹੁੰਦੀ ਸੀ ਤੇ ਉਹਨੂੰ 3000 ਗਜ਼ ਜਗ੍ਹਾ ਦਿੱਤੀ ਕੰਮ ਕਰਨ ਵਾਸਤੇ, ਕੀ ਉਹ ਮੈਂ ਜੁਰਮ ਕੀਤਾ ਸੀ? ਜੇ ਉਹਨੂੰ 5 ਲੱਖ ਰੁਪਇਆ ਫਿਰ ਬਿਲਡਿੰਗ ਕਰ ਗਈ, ਮੈਂ 5 ਲੱਖ ਰੁਪਇਆ ਦਿੱਤਾ ਤਾਂ ਕਿ ਮੈਂ ਜੁਰਮ ਕੀਤਾ ਸੀ? ਇਹ ਕਦੋਂ ਦੀ ਗੱਲ ਹੈ? ਇਹ ਗੱਲ 97 ਦੀ ਆ, ਜਦੋਂ ਇਹ ਬਿਜ਼ਨਸ ਇਹਨੇ ਸਟਾਰਟ ਕੀਤਾ। ਤੁਸੀਂ ਆਪਣੇ ਵੱਲੋਂ ਦਿੱਤੀ ਉਹ ਜਗ੍ਹਾ? ਸੋ ਮੇਰੇ ਨਾਂ ਤੋਂ ਪ੍ਰਾਪਰਟੀ ਦੀ ਮੈਂ ਤੁਹਾਨੂੰ ਹੁਣੇ ਫਰਦ ਕੱਢ ਕੇ ਦੇ ਦਿੰਦਾ, ਜਿਹੜੀ ਪ੍ਰਾਪਰਟੀ ਮੇਰੇ ਨਾਂ ਤੋਂ। ਅੱਜ ਵੀ ਉਹ ਤੁਹਾਡੇ ਨਾਂ ਤੇ ਬੋਲਦੀ ਹੈ? ਉਹ ਨਹੀਂ, ਮੈਂ ਉਸ ਟਾਈਮ ਇਹ ਤੋਂ ਬਿਨਾਂ ਪੈਸੇ ਲਏ ਇਹਦੇ ਨਾਲ ਟ੍ਰਾਂਸਫਰ ਕੀਤੀ, ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਲੋਨ ਲਿਆ। ਉਹ ਤੇ ਲੋਨ ਲੈ ਕੇ ਜਦੋਂ ਕੰਮ ਸ਼ੁਰੂ ਕੀਤਾ, ਉਹਦੇ ਵਿੱਚ ਲਾਸ ਹੋਇਆ। ਫਿਰ ਉਸ ਤੋਂ ਬਾਅਦ ਇਹਨਾਂ ਦੀ ਕੋਈ ਕਿਸਮਤ ਚੰਗੀ ਵੀ ਇਹਨਾਂ ਨੂੰ ਕੋਈ ਬਿਜਲੀ ਬੋਰਡ ਦਾ ਕਰਮਚਾਰੀ ਐਸਾ ਮਿਲ ਗਿਆ। ਇਹਦੇ ਉੱਤੇ ਸਾਰੀ ਡਿਟੇਲ ਆ, ਤੁਹਾਨੂੰ ਮਿਲ ਸਕਦੀ ਹੈ। ਮੈਂ ਕੋਈ ਗੱਲ ਐਸੀ ਨਹੀਂ ਕਰੂੰਗਾ ਵੀ ਕੋਈ ਘਟੀਆ ਤੇ ਹੋਸ਼ੀ ਰਾਜਨੀਤੀ ਮੈਂ ਕਰਨ ਦੀ ਕਦੇ ਯਤਨ ਨਹੀਂ ਕਰੂੰਗਾ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਘੱਟ ਤੋਂ ਘੱਟ ਇਸ ਇਨਸਾਨ ਬਾਰੇ ਬੋਲਾਂ, ਕਿਉਂਕਿ ਨਹੀਂ ਤਾਂ ਦੁਨੀਆ ਇੱਕ ਦੋਸਤ ਤੇ ਵਿਸ਼ਵਾਸ ਕਰਨੋਂ ਹਟ ਜਾਵੇ। ਪਰ ਜਦੋਂ ਇਹ ਇੰਨੇ ਮਾੜੀਆਂ ਹਰਕਤਾਂ ਕਰਕੇ ਉੱਚੀ ਉੱਚੀ ਉਂਗਲ ਕੱਢ ਕੇ ਬੋਲਦਾ, ਫਿਰ ਮੇਰੇ ਅੰਦਰ ਅੱਗ ਲੱਗਦੀ ਹੈ ਵੀ ਇਹ ਦੁਨੀਆ ਭਰ ਦੇ ਮਾੜੇ ਕੰਮ ਕਰਦਾ ਤੇ ਆਪਦੇ ਆਪ ਨੂੰ ਕਹਿੰਦਾ ਮੇਰੇ ਤੋਂ ਵੱਡਾ ਇਮਾਨਦਾਰ ਕੋਈ ਨਹੀਂ। ਤੇ ਮੈਂ ਤਾਂ ਪਿੱਛੇ ਵੀ ਕਿਹਾ ਸੀ, ਤੂੰ ਮੈਨੂੰ ਇੱਕ ਵਾਰੀ ਕਹਿ ਦੇ ਵੀ ਖੋਲ ਦੇ ਮੂੰਹ ਆਪਦਾ, ਇਹੋ ਜਿਹਾ ਭੁਚਾਲ ਪਊਗਾ ਵੀ ਤੁਹਾਡੇ ਸਾਂਭਿਆ ਨਹੀਂ ਜਾਣਾ। ਪਰ ਕੜਵਲ ਸਾਹਿਬ ਨੂੰ ਕਿਸ ਗੱਲ ਦਾ ਡਰ ਹੈ? ਕਿਉਂ ਨਹੀਂ? ਮੈਨੂੰ ਕੋਈ ਡਰ ਨਹੀਂ ਹੈ, ਪਰ ਇਹ ਵੀ ਚੰਗੀ ਗੱਲ ਨਹੀਂ ਹੁੰਦੀ ਮੇਰੇ ਕੋਲ। ਜੇ ਤੁਸੀਂ ਮੇਰੇ ਦੋਸਤ ਹੋ, ਮੈਂ ਤੁਹਾਡੇ ਪਰਦੇ ਖੋਲਾਂ, ਮੈਂ ਪਰਦੇ ਖੋਲਣ ਨੂੰ ਚੰਗਾ ਨਹੀਂ ਸਮਝਦਾ। ਪਰ ਜੇ ਇਹ ਹਟਦਾ ਨਹੀਂ ਕਿਸੇ ਨੂੰ, ਕਦੇ ਕਿਸੇ ਨੂੰ ਤੂੰ ਚੋਰ, ਤੂੰ ਕਰੈਕਟਰਲੈਸ, ਤੂੰ ਫਲਾਨਾ, ਤੂੰ ਤਿੰਕੜਾ, ਫੇਰ ਮਨ ਦੇ ਵਿੱਚ ਆਉਂਦੀ ਆ ਵੀ ਆਪਾਂ ਕਿਹੜੇ ਕਿਹੜੇ ਕਾਰੇ ਕੀਤੇ ਹੋਏ ਆ। ਜੇ ਮੈਂ ਮੂੰਹ ਖੋਲਤਾ ਨਾ, ਦੁਨੀਆ ਨੇ ਵਿਆਹ ਤੇ ਸੱਦਣੋਂ ਹਟ ਜਾਣਾ। ਮੈਂ ਸ਼ਬਦ ਕਹੇ ਸੀ, ਕਿਸੇ ਨੇ ਇਹਨੂੰ ਵਿਆਹ ਤੇ ਨਹੀਂ ਸੱਦਣਾ ਹੈਗਾ। ਤੇ ਇਹ ਬੋਲਦੇ ਨੇ ਜਿਹੜੀਆਂ ਵੀ ਅਸੀਂ ਬੜੀਆਂ ਇਮਾਨਦਾਰਾਂ, ਬੜੇ ਅਸੀਂ ਚੰਗੇ ਆ। ਸੋ ਮੇਰੇ ਤੋਂ ਕੁਛ ਨਹੀਂ ਲੁਕਿਆ ਹੋਇਆ, ਇਹਨਾਂ ਦੀ ਇਮਾਨਦਾਰੀ ਦੀ ਗੱਲਾਂ। ਉਹਨਾਂ ਮਾੜੇ ਕੰਮਾਂ 'ਚ ਕੜਵਲ ਸਾਹਿਬ ਤੁਸੀਂ ਵੀ ਸਾਥੀ ਰਹੇ? ਜੇ ਮੈਂ ਸਾਥੀ ਹੁੰਦਾ ਮੈਂ ਡਰਦਾ ਹੀ ਨਾ।
ਅੱਜ ਮੈਂ ਬੋਲਦਾ ਹੀ ਨਾ, ਮੈਂ ਜੇ ਉਸ ਕੰਮਾਂ ਦੇ ਵਿੱਚ ਇਨਵੋਲਵ ਹੁੰਦਾ ਨਾ, ਮੈਂ ਅੱਜ ਇਹ ਗੱਲ ਕਰਦਾ ਤਾਂ ਉਹਨੇ ਪਹਿਲਾਂ ਕਹਿ ਦੇਣਾ ਸੀ ਵੀ ਧਿਆਨ ਨਾਲ ਬੋਲੀ, ਮੈਂ ਸ਼ੁਰੂ ਹੋ ਜੂ। ਸੋ ਮੈਂ ਤਾਂ ਉਹਨੂੰ ਕਹਿਣਾ ਵੀ ਤੂੰ ਵੀ ਕਰ ਦੇ, ਮੈਂ ਵੀ ਕਰ ਦੇਣਾ। ਪਰ ਇਹ ਗੱਲਾਂ ਮੈਂ ਕਰਕੇ ਕੋਈ ਬਹੁਤ MLA ਬਣਨ ਦੀ ਖਾਤਰ ਮੈਂ ਛੋਟੀਆਂ ਹਰਕਤਾਂ ਨਹੀਂ ਕਰੂੰਗਾ। ਜੇ ਮਹਾਰਾਜ ਮੈਨੂੰ ਚਾਹੂਗਾ, ਲੋਕ ਮੈਨੂੰ ਚਾਹਣਗੇ, ਲੋਕ ਮੇਰਾ ਕੰਮ ਪਸੰਦ ਕਰਨਗੇ, ਲੋਕ ਮੇਰੀ ਇਮਾਨਦਾਰੀ, ਮੈਂ ਇੱਕ ਗੱਲ ਕਹਿਣਾ, ਲਓ ਤੁਸੀਂ ਉਹਦੇ ਨਾਲ ਗੱਲ ਕਰ ਲਿਓ। ਮੈਂ ਦਰਬਾਰ ਸਾਹਿਬ ਜਾ ਕੇ ਆਪਣੇ ਬੱਚਿਆਂ ਸਮੇਤ ਅਰਦਾਸ ਕਰ ਦਿੰਦਾ ਵੀ ਮੈਂ ਜ਼ਿੰਦਗੀ 'ਚ ਕਦੇ 100 ਰੁਪਏ ਦੀ ਚੋਰੀ, ਬਿਜਲੀ ਚੋਰੀ, ਕੋਈ ਮਾੜੇ ਪ੍ਰਾਪਰਟੀ ਦਾ 2 ਨੰਬਰ ਦਾ ਕੰਮ, ਮੈਂ ਆਪਣੀ ਜ਼ਿੰਦਗੀ 'ਚ 100 ਰੁਪਏ ਦਾ ਕੋਈ ਮਾੜਾ ਰੁਪਈਆ ਆਪਦੇ ਘਰੇ ਨਹੀਂ ਲੈ ਕੇ ਆਇਆ। ਤੇ ਮੈਂ ਤੁਹਾਨੂੰ ਅੱਗੇ ਦਾ ਵੀ ਵਚਨ ਕਰਦਾ, ਮੈਂ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ, ਮੈਂ ਜ਼ਿੰਦਗੀ 'ਚ ਪੋਲਿਟਿਕਸ 'ਚ 100 ਰੁਪਈਆ ਨਹੀਂ ਕਮਾਊਂਗਾ। ਮੈਨੂੰ ਕੋਈ ਜ਼ਰੂਰਤ ਨਹੀਂ। ਮੇਰੇ 2 ਪੁੱਤ ਨੇ, ਪੜ੍ਹੇ ਲਿਖੇ ਨੇ, ਕੰਮ ਤੇ ਲੱਗੇ ਨੇ, ਆ ਕੇ ਉਹਨਾਂ ਨੇ ਫੈਕਟਰੀ ਜੁਆਇਨ ਕਰ ਲਈ ਅੱਜ ਤੋਂ 15 ਦਿਨ ਪਹਿਲਾਂ। ਸੋ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਤੇ ਇਹ ਸੱਜਣ ਵੀ ਆ ਕੇ ਕਹਿ ਦੇਣ ਵੀ ਲਓ ਜੀ, ਇਹੀ ਗੱਲ ਅਸੀਂ ਵੀ ਕਹਿਣ ਨੂੰ ਤਿਆਰ ਹਾਂ, ਆ ਜਾਣ ਗੁਰੂ ਘਰ ਖੜ ਕੇ। ਚਲੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਪੋਲਿਟਿਕਸ ਛੱਡ ਦੂੰਗਾ। ਸਿਮਰਜੀਤ ਸਿੰਘ ਬੈਂਸ ਆ ਕੇ ਕਹਿ ਦੇ, ਦਰਬਾਰ ਸਾਹਿਬ ਖੜ ਕੇ ਅਰਦਾਸ ਕਰਾ ਦੇ ਕਿ ਮੈਂ ਕਰੋੜਾਂ ਰੁਪਏ ਦੀ ਬਿਜਲੀ ਚੋਰੀ ਨਹੀਂ ਕੀਤੀ, ਮੈਂ ਪੋਲਿਟਿਕਸ ਛੱਡ ਕੇ ਚਲੇ ਜਾਊਂਗਾ। ਜਿੱਦਣ ਸਹੁੰ ਹੀ ਖਾ ਲੇ, ਸਵੇਰੇ ਸਹੁੰ ਖਾ ਲੇ, ਮੈਂ ਕੱਲ ਸ਼ਾਮ ਨੂੰ ਪੋਲਿਟਿਕਸ ਦਾ ਰਿਜ਼ਾਈਨ ਦੇ ਦੂੰਗਾ, ਮੈਂ ਆਪਦੇ ਘਰੇ ਚਲਾ ਜਾਊਂਗਾ। ਉਹ ਮਾੜੇ ਕੰਮਾਂ 'ਚ ਕੀ ਹੈ? ਤੁਸੀਂ ਕਹਿੰਦੇ ਹੋ ਕਿ ਦੁਨੀਆ ਭਰ ਦੇ ਮਾੜੇ ਕੰਮ ਨੇ। ਮੈਂ ਇਹੀ ਗੱਲ ਕਹਿ ਰਿਹਾ ਨਾ ਵੀ ਦੁਨੀਆ ਦੇ ਵਿੱਚ ਜਿਹੜੇ ਪੋਲਿਟਿਕਸ ਦੇ ਵਿੱਚ ਰਹਿ ਕੇ ਆਪਦੇ ਆਪ ਨੂੰ ਚੱਕਣ ਦੀ ਖਾਤਰ, ਆਪਣੇ ਦੋਸਤਾਂ ਨੂੰ ਮਾਰਨ ਦੇ ਵਿੱਚ ਕੋਈ ਪਰਵਾਹ ਨਹੀਂ, ਪੈਸਾ ਕਮਾਉਣ ਦੇ ਵਿੱਚ ਕੋਈ ਮਾੜੇ ਤੋਂ ਮਾੜਾ ਤਰੀਕਾ ਹੋਵੇ, ਕੋਈ ਪਰਵਾਹ ਨਹੀਂ, 2 ਭਰਾਵਾਂ ਦਾ ਰੌਲਾ ਹੋਵੇ, ਪ੍ਰਾਪਰਟੀ ਆਪਣਾ ਤੀਜਾ ਬੈਠਾ ਉਸੇ ਫੈਕਟਰੀ ਖਰੀਦ ਲੇ, ਇਹ ਕੀ ਆ? ਇਹ ਕਰਪਸ਼ਨ ਨਹੀਂ? ਜੇ ਤੁਸੀਂ ਸਾਫ਼ ਸੁਥਰੇ ਹੋ, ਤੁਹਾਨੂੰ ਮਾੜੀਆਂ ਪ੍ਰਾਪਰਟੀਆਂ ਖਰੀਦਣ ਦੀ ਕੋਈ ਜ਼ਰੂਰਤ ਨਹੀਂ। ਤੇ ਅੱਜ ਜੇ ਤੁਹਾਡਾ ਪਿੱਛੇ ਪ੍ਰਾਪਰਟੀਆਂ ਪਿੱਛੇ ਲੋਕਾਂ ਨੇ ਇਹਨਾਂ ਦਾ ਜਲੂਸ ਕੱਢਿਆ, ਕਿਉਂ ਕੱਢਿਆ? ਕਿਉਂ ਨਾ ਉਦੋਂ ਬੋਲਿਓ? ਉਦੋਂ ਕਹਿੰਦਾ ਸੀ ਕੈਮਰੇ ਸਾਹਮਣੇ ਨਾ ਗੱਲ ਕਰੋ, ਆਜੋ ਕਮਰੇ 'ਚ ਗੱਲ ਕਰ ਲੈਂਦੇ ਆ। ਤੈਨੂੰ ਤਾਂ ਕੈਮਰੇ ਮੂਹਰੇ ਗੱਲ ਕਰਨ ਦਾ ਬੜਾ ਚਾਅ, ਕਿਉਂ ਨਾ ਗੱਲ ਕੀਤੀ? ਸੋ ਇਹੋ ਜਿਹਾ ਬਹੁਤ ਕੁਛ ਹੈਗਾ, ਸਮਾਂ ਆ ਲੈਣ ਦਿਓ। ਸਮੇਂ ਤੋਂ ਪਹਿਲਾਂ ਮੈਂ ਇਹੋ ਜਿਹੇ ਪਟਾਕੇ 'ਚ ਨਹੀਂ ਚਲਾਉਣੇ ਚਾਹੁੰਦਾ। ਦੀਵਾਲੀ ਤੋਂ ਪਹਿਲਾਂ ਪਟਾਕੇ ਚਲਾਉਣ ਵਾਲੇ ਵੀ ਮੂਰਖ ਵੱਜਦੇ ਹੁੰਦੇ ਆ। ਕੋਈ ਗੱਲ ਨਹੀਂ, ਜੇ ਸਮਾਂ ਆ ਗਿਆ ਤੇ ਇਹਨੇ ਵੀ ਕਹਿਤਾ ਵੀ ਆ ਜਾ, ਫਿਰ ਠੀਕ ਆ, ਕੋਈ ਗੱਲ ਨਹੀਂ। ਪਰ ਉਹ ਕਹਿੰਦੇ ਕਿ ਹਰੇ ਸਕੂਟਰ ਤੋਂ ਲੈ ਕੇ ਫੋਰਚੂਨਰਾਂ ਤੱਕ ਦਾ ਸਫ਼ਰ ਤੁਸੀਂ ਕਹਿ ਰਹੇ ਹੋ ਇਮਾਨਦਾਰ ਨਹੀਂ ਰਿਹਾ। ਮੈਂ ਤਾਂ ਤੁਹਾਨੂੰ ਆਪ ਕਹਿ ਰਿਹਾ ਵੀ ਹਰੇ ਸਕੂਟਰ ਤੇ ਜਦੋਂ ਸੀ ਤਾਂ ਬਹੁਤ ਇਮਾਨਦਾਰ ਸੀ, ਇਹ 'ਚ ਕੋਈ ਦੋ ਰਾਹ ਨਹੀਂ। ਪਰ ਜਦੋਂ ਪੈਸਾ ਤੇ ਤਾਕਤ ਵਧੀ, ਇਹ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣਾ ਗੁਲਾਮ ਸਮਝਣ ਲੱਗ ਗਿਆ। ਤੇ ਗੁਲਾਮੀ ਤਾਂ ਕਦੇ ਕੀਤੀ ਹੋਈ ਨਹੀਂ ਕਦੇ। ਪਰ ਤੁਹਾਡੇ ਐਸੀ ਕੀ ਦਿਲ ਤੇ ਸੱਟ ਵੱਜੀ ਕਿ ਬਹਿ ਕੇ ਗੱਲਬਾਤ ਹੋ ਸਕਦੀ ਸੀ, ਤੁਹਾਡੀ ਵਿਚਾਰ ਹੋ ਸਕਦੀ ਸੀਗੀ ਕਿ ਜੇ ਕੋਈ ਗਲਤੀ ਗੁਸਤਾਖੀ ਹੋਈ ਹੈ ਤਾਂ ਦੋਸਤਾਂ 'ਚ ਹੁੰਦੀਆਂ ਰਹਿੰਦੀਆਂ ਇਹ ਚੀਜ਼ਾਂ। ਸੋ ਮੈਂ ਤਾਂ ਇਹਦੇ ਗੋਡੀ ਹੱਥ ਲਾਤੇ ਸੀ ਵੀ ਮੇਰੇ ਨਾਲ ਨਾ ਕਰ ਮੇਰਾ ਵੀਰ, ਮੇਰਾ ਪਰਿਵਾਰ ਰੁਲ ਜੂ, ਮੇਰੇ ਬੱਚਿਆਂ ਦੀ ਜਾਨ ਚਲੇ ਜਾਊਗੀ। ਤੂੰ, ਮੈਂ ਇਸ ਟਾਈਮ ਜਿਹੜੀ ਤੇਰੇ ਕਰਕੇ ਮੈਂ ਇਸ ਪੋਜੀਸ਼ਨ 'ਚ ਫਸ ਗਿਆ, ਤੂੰ ਇਲੈਕਸ਼ਨ ਨਾ ਲੜਦਾ, ਆ ਮੇਰਾ 4 ਮਹੀਨਿਆਂ ਦਾ ਗੈਪ ਨਾ ਪੈਂਦਾ। ਮੈਂ ਤਾਂ ਪਹਿਲਾਂ ਹੀ ਵੈਂਟੀਲੇਟਰ ਤੇ ਸੀਗਾ, ਮੇਰੀ ਕੰਪਨੀ ਤਾਂ ਪਹਿਲਾਂ ਹੀ ਵੈਂਟੀਲੇਟਰ ਤੇ ਸੀ, ਉਹ ਹੋਰ ਥੱਲੇ ਆ ਗਈ। ਸੋ ਬਹੁਤ ਮਿਹਨਤ ਤੇ ਤਰਲੇ ਕੀਤੇ ਵੀ ਤੂੰ ਇਦਾਂ ਨਾ ਕਰ, ਮੈਨੂੰ ਜਾਂ ਤਾਂ ਸੁਸਾਈਡ ਕਰਨਾ ਪਊ ਜਾਂ ਮੈਨੂੰ ਲੁਧਿਆਣਾ ਛੱਡ ਕੇ ਜਾਣਾ ਪਊਗਾ। ਮੈਂ ਇਸ ਹਾਲਾਤਾਂ 'ਚ ਚਲੇ ਗਿਆ ਸੀ। ਤੇ ਅੱਜ ਵੀ ਤੁਸੀਂ ਉਸ ਪਰਮਾਤਮਾ ਦੀ ਦੇਖੋ, ਪਰਮਾਤਮਾ ਕਿੱਡਾ ਬੇਅੰਤ ਆ। ਤੇ ਇਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਇੰਟਰਵਿਊ ਕਰਾਂਗੇ, ਮੈਂ ਆਪਣੀ ਕੰਪਨੀ ਦੀ ਇੰਟਰਵਿਊ ਨਾਲ ਕਰਾਊਂਗਾ। ਤੇ ਮੈਂ ਇਸ ਲੈਵਲ ਦਾ ਹੁਣ ਪ੍ਰੋਡਕਟ ਅਸੀਂ ਬਣਾ ਰਹੇ ਹਾਂ, ਜਿਹੜਾ ਕਿ ਜੋ ਜਰਮਨ ਦੀ ਕੁਆਲਿਟੀ ਆ ਉਸ ਲੈਵਲ ਦੀ ਕੁਆਲਿਟੀ ਦੇ ਅਸੀਂ ਪ੍ਰੋਡਕਟ ਬਣਾ ਕੇ ਅੱਜ ਅਸੀਂ ਸਵਰਾਜ ਟਰੈਕਟਰ ਔਰ ਇੰਡੀਅਨ ਰੇਲਵੇ ਦੇ ਵਿੱਚ ਪ੍ਰੀ ਟਰੈਕਟਰ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਬੱਚੇ ਆ ਗਏ। 3 ਕੰਪਨੀਆਂ 4 ਕੰਪਨੀਆਂ ਦੇ ਵਿੱਚ ਸਾਡੀ ਹੋਰ ਸ਼ਾਰਟਲੀ ਐਂਟਰੀ ਹੋ ਜੂਗੀ। ਸੋ ਕਲਾ ਦਾ ਮੁੱਲ ਅਸੀਂ ਲੈਂਦੇ ਹਾਂ, ਆਪਣੇ ਪ੍ਰੋਡਕਟ ਨੂੰ ਵਧੀਆ ਬਣਾ ਕੇ ਮਿਹਨਤ ਕਰਕੇ ਪਲਾਂਟ ਨੂੰ ਚੱਕਿਆ ਤੇ ਅੱਜ ਉਹ ਪ੍ਰੋਬਲਮ ਚੋਂ ਬਾਹਰ ਆ ਗਿਆ। 31 ਮਾਰਚ ਨੂੰ ਸਾਡਾ ਉਹ ਪ੍ਰੋਬਲਮ ਸੋਲਵ ਹੋ ਗਈ ਸਾਰੀਆਂ, ਤੇ ਜਿੰਨੇ ਜ਼ਮੀਨਾਂ ਵਿਕੀਆਂ ਸੀ ਸਾਰੀਆਂ ਵਾਪਸ ਆ ਗਈਆਂ। ਦਫ਼ਤਰ ਮੇਰਾ ਭਾਈ ਸਾਹਿਬ ਨੇ ਖਰੀਦ ਲਿਆ ਸੀ ਉਸੇ ਰੋਡ ਤੇ, ਪਰਮਾਤਮਾ ਨੇ ਫਿਰ ਦਫ਼ਤਰ ਬਣਾਤਾ। ਇਹਨਾਂ ਨੇ ਖਰੀਦ ਲਿਆ, ਤੁਹਾਡਾ ਹੀ ਦਫ਼ਤਰ? ਮੇਰੇ ਹੀ ਦਫ਼ਤਰ ਖਰੀਦ ਲਿਆ ਸੀਗਾ। ਸੋ ਜਦੋਂ ਸਾਡਾ ਵਕਤ ਆਇਆ ਤੇ ਉੱਥੇ ਆ ਕੇ ਅੱਖਾਂ ਹੀ ਬਦਲ ਗਈਆਂ। ਮੈਂ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚਰਬੀ ਵੀ ਹੱਡੀਆਂ ਦੀ ਇਹਨਾਂ ਨੂੰ ਕੱਢ ਕੇ ਦੇਤੀ। ਤੇ ਜੇ ਮੇਰੇ ਤੇ ਇੱਕ ਵਕਤ ਆਇਆ ਤਾਂ ਕੁਝ ਵੀ ਨਹੀਂ ਸੀਗਾ। ਉਸ ਵਕਤ ਜੇ ਨਾਲ ਖੜ ਜਾਂਦੇ ਤਾਂ ਕੋਈ ਵੱਡੀ ਗੱਲ ਨਹੀਂ ਸੀ। ਕਿਉਂ? ਕੋਈ ਕਿਸੇ ਦੀ ਕਰੋੜਾਂ ਦੀ ਮਦਦ ਨਹੀਂ ਕਰ ਸਕਦਾ ਹੁੰਦਾ, ਮੈਂ ਵੀ ਸਮਝਦਾ, ਪਰ ਇੱਕ ਜ਼ਰੂਰ ਕਰ ਸਕਦਾ ਹੁੰਦਾ। ਕੋਈ ਗੱਲ ਨਹੀਂ, ਆ ਤੇਰੀ ਚੀਜ਼ ਪਈ, ਇਹਨੂੰ ਬਕਾਉਨੇ ਆਪਾਂ, ਤੇਰਾ ਸਾਥ ਦਿੰਨੇ ਆ। ਸੋ ਜਦੋਂ ਸਾਡਾ ਸਮਾਂ ਆ ਕੀਤਾ ਤੇ ਆਪਦੇ ਵੇਲੇ ਹੰਝੂ ਗਿਰ ਕੇ ਸਾਨੂੰ ਵਰਤਦਾ ਰਿਹਾ ਤੂੰ, ਉਹ ਵਕਤ ਭੁੱਲ ਗਿਆ। ਜਦੋਂ ਜੇਲ੍ਹ ਜਾਣਾ ਸੀ ਉਦੋਂ ਬਲਵਿੰਦਰ ਬੈਂਸ ਨਹੀਂ ਯਾਦ ਆਇਆ? ਉਹਨੂੰ ਕਿਉਂ ਨਾ ਜੇਲ੍ਹ ਭੇਜਿਆ?
ਤੁਸੀਂ ਗਏ ਜੇਲ੍ਹ? ਉਦੋਂ ਮੈਨੂੰ ਜੇਲ੍ਹ ਭੇਜਿਆ ਗਿਆ। ਕਿਸ ਮਾਮਲੇ ਦੇ ਵਿੱਚ? ਤਹਿਸੀਲਦਾਰ ਕਾਂਡ ਦੇ ਵਿੱਚ। ਮੇਰਾ ਕੀ ਲੈਣ ਦੇਣ ਸੀ? ਤੁਹਾਡਾ ਜਦੋਂ ਕੋਈ ਲੈਣ ਦੇਣ ਤਹਿਸੀਲਦਾਰ ਨਹੀਂ ਕਾਂਡ ਹੋਇਆ, ਹੂੰ। ਮੈਂ ਨਹੀਂ ਕਹਿੰਦਾ ਉਹ ਵੀ ਉੱਥੇ ਸੀਗਾ, ਮੈਂ ਗੱਲ ਸੱਚ ਕਹੂੰਗਾ, ਨਾ ਇਹ ਉੱਥੇ ਸੀ ਨਾ ਮੈਂ ਉੱਥੇ ਸੀ। ਅਸੀਂ ਦੋਨੇ ਉਸ ਵਕਤ ਉੱਥੇ ਨਹੀਂ ਸੀ। ਪਰ ਪਲਾਨ ਕਿਹਦਾ ਸੀ? ਕਿਹਦਾ ਪਲਾਨ? ਕਿਹਨੇ ਭੇਜਿਆ? ਕਿੰਨੇ ਬੰਦੇ ਚਲੇ ਗਏ ਉੱਥੇ? ਕਿਹਦਾ ਪਲਾਨ ਸੀ? ਕਿਹਨੂੰ ਬੈਨੀਫਿਟ ਹੋਣਾ ਸੀ? ਇਹ ਨਾਮ ਤਾਂ ਤੁਹਾਡਾ ਵੀ ਆਇਆ ਉਹਦੇ? ਨਹੀਂ, ਮੈਂ ਦੱਸਦਾ, ਮਾਮਲਾ ਤਾਂ ਤੁਹਾਡੇ ਤੇ ਵੀ ਚੱਲ ਰਿਹਾ। ਐਮਐਲਏ ਤਾਂ ਉਹਨੇ ਬਣਨਾ ਸੀ, ਮੈਂ ਤਾਂ ਨਹੀਂ ਬਣਨਾ ਸੀ। ਤਾਂ ਇਟ ਮੀਨਸ ਉਹਦਾ ਹੀ ਹੋ ਸਕਦਾ ਨਾ, ਮੇਰਾ ਤਾਂ ਹੋ ਨਹੀਂ ਸਕਦਾ। ਮੈਂ ਤਾਂ ਫਿਰ ਗਿਆ ਵੀ ਨਹੀਂ। ਪਲਾਨ ਇਹਨਾਂ ਦਾ, ਸਭ ਕੁਝ ਇਹਨਾਂ ਨੇ ਕੀਤਾ, ਤੇ ਫਸਾਉਣ ਲਈ ਆਪਣੇ ਦੋਸਤ, ਵਰਤਣ ਲਈ ਆਪਣੇ ਦੋਸਤ। ਐਮਐਲਏ ਲੜਨਾ ਤਾਂ ਆਪਦਾ ਭਰਾ, ਉਹ ਵੀ ਇਸ ਸ਼ਰਤ ਤੇ ਵੀ ਉਹਨੂੰ ਕੰਪਨੀ ਚੋਂ ਬਾਹਰ ਕੱਢਿਆ ਜਾਵੇ ਪਹਿਲਾਂ। ਸੋ ਡੀਲ ਹੋਈ ਆ, ਉਹਨੂੰ ਐਮਐਲਏ ਨਹੀਂ ਬਣਾਇਆ, ਇੱਕ ਡੀਲ ਹੋਈ ਆ। ਥੋੜਾ ਜਿਹਾ ਤਹਿਸੀਲਦਾਰ ਮਾਮਲੇ ਦੀ ਮੈਂ ਡਿਟੇਲ ਚਾਹੁੰਦਾ, ਹੋਇਆ ਕੀ ਹੈ ਦਰਅਸਲ? ਲੋਕ ਬਹੁਤ ਸਾਰੇ ਇਹ ਅੱਜ ਵੀ ਲੋਕਾਂ ਨੂੰ ਬਹੁਤ ਹਾਈਲਾਈਟ ਹੋਇਆ। ਬੈਂਸ ਸਾਹਿਬ ਐਮਐਲਏ ਵੀ ਬਣੇ ਨੇ, ਹਾਲਾਂਕਿ ਤੁਸੀਂ ਕਿਹਾ ਕਿ ਫਾਇਦਾ ਉਹਨਾਂ ਨੂੰ ਹੋਣਾ ਸੀਗਾ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਰਤੇ ਗਏ ਹੋ ਇਸ ਮਾਮਲੇ ਦੇ ਵਿੱਚ। ਇਹ ਪਲੈਨਿੰਗ ਹੋਈ ਕਿਉਂ, ਕਿੱਥੇ ਹੋਈ, ਕਿਉਂ ਕੀਤੀ ਗਈ ਪਲੈਨਿੰਗ? ਮੈਂ ਦੇਖੋ, ਤਹਿਸੀਲਦਾਰ ਦਾ ਸੁਭਾਅ ਥੋੜਾ ਅੜਬ ਜ਼ਰੂਰ ਸੀਗਾ, ਇਹ 'ਚ ਕੋਈ ਦੋ ਰਾਏ ਨਹੀਂ। ਤੇ 2-4 ਵਾਰ ਉਹ ਕਿਸੇ ਦੇ ਕੰਮ ਲਈ ਮੇਰੇ ਨਾਲ ਵੀ ਕਿਤੇ ਨਾ ਕਿਤੇ ਉਹਨਾਂ ਨੇ ਤਕਰਾਰਬਾਜ਼ੀ ਕੀਤੀ ਆ। ਪਰ ਜਦੋਂ ਇਹ ਐਮਐਲਏ ਸਾਹਿਬ ਨਾਲ ਤਕਰਾਰਬਾਜ਼ੀ ਹੋਈ, ਉਹ ਇਸ ਹੱਦ ਤੱਕ ਹੋ ਗਈ, ਐਮਐਲਏ ਸਾਹਿਬ ਨੇ ਕੁਛ ਐਸੇ ਸ਼ਬਦ ਕਹਤੇ ਵੀ ਹੁਣ ਤੇਰੀਆਂ ਮੁੱਛਾਂ ਪੱਟ ਕੇ ਹੀ ਤੇਰੇ ਨਾਲ ਗੱਲ ਕਰਾਂਗੇ। ਤੇ ਫਿਰ ਪੱਟਦੀਆਂ ਜੀ ਅਗਲੇ ਨੇ ਮੁੱਛਾਂ। ਤੇ ਜਦੋਂ ਮੁੱਛਾਂ ਪੱਟਦੀਆਂ, ਫਿਰ ਉਦੋਂ ਬਾਅਦ ਇਹ ਹੋ ਗਿਆ ਵੀ ਹੁਣ ਕਿਹਨੂੰ ਆਪਦੇ ਪੈਰਾਂ ਨੂੰ ਸੇਕ ਲੱਗਣ ਲੱਗਿਆ ਤਾਂ ਫਿਰ ਬਲੂੰਗੜਾ ਹੀ ਥੱਲੇ ਲੈਂਦੀ ਹੁੰਦੀ ਆ ਬਿੱਲੀ। ਤਾਂ ਆਪਦੇ ਆਪ ਤੋਂ ਬਚਾਉਣ ਦੀ ਖਾਤਰ ਸਾਨੂੰ ਥੱਲੇ ਲੈ ਲਿਆ, ਸਾਨੂੰ ਉਹਦੇ 'ਚ ਫਸਾਤਾ। ਤੁਸੀਂ ਉਦੋਂ ਕਿਹਾ ਨਹੀਂ? ਤੁਸੀਂ ਇਸ ਗੱਲ ਦਾ ਵਿਰੋਧ ਨਹੀਂ ਕੀਤਾ? ਉਦੋਂ ਤਾਂ ਅਸੀਂ ਉਹਦੇ ਲਈ ਜਾਨ ਦੇਣ ਨੂੰ ਵੀ ਤਿਆਰ ਸੀ ਉਸ ਵਕਤ। ਪਰ ਇੰਨਾ ਬਲਾਈਂਡ ਟਰਸਟ ਕੀਤਾ, ਕਸੂਰ ਤੁਹਾਡਾ ਵੀ ਹੈ। ਸਾਨੂੰ ਇਹ ਨਹੀਂ ਨਾ ਪਤਾ ਸੀ ਤੁਹਾਡੇ ਦਿਲ ਦੇ ਵਿੱਚ ਕੀ ਆ। ਤੁਸੀਂ ਅੱਜ ਮੇਰੀ ਇੰਟਰਵਿਊ ਕਰ ਰਹੇ ਹੋ ਸਕਦਾ ਤੁਹਾਡੇ ਮਨ 'ਚ ਪਤਾ ਨਹੀਂ ਕੀ ਗੱਲ ਹੋਵੇ, ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ। ਤੁਹਾਡਾ ਤਾਂ ਚਲੋ ਇੱਕ ਸੇਵਾ ਦੇ ਤੌਰ ਤੇ ਤੁਸੀਂ ਕਰ ਰਹੇ ਹੋ, ਪਰ ਮੈਂ ਉਸ ਵਕਤ ਇਹਨੂੰ ਨਹੀਂ ਪਹਿਚਾਣ ਸਕਿਆ ਵੀ ਇਹਦੇ ਮਨ 'ਚ ਕੀ ਆ। ਸਾਨੂੰ ਯੂਜ਼ ਕਰੀ ਜਾ ਰਿਹਾ, ਸਾਡੀ એનર્ਜੀ ਨੂੰ ਇਸ ਕੇ ਬੈਡਲੀ ਯੂਜ਼ ਕੀਤਾ। ਪਰ ਪਰਮਾਤਮਾ ਦਾ ਮੈਂ ਫਿਰ ਸ਼ੁਕਰ ਕਰਦਾ ਵੀ ਇਸ ਬੰਦੇ ਨੂੰ ਛੱਡਣ ਤੋਂ ਬਾਅਦ ਜਿੱਡੀ ਗਰੋਥ ਮੇਰੀ ਦੁਬਾਰੇ ਹੋਈ ਆ, ਉਹ ਉਨੀ ਦੇਰ ਇਹਦੇ ਨਾਲ ਰਹਿਣ ਦੇ ਨਾਲ ਮੇਰੀ ਗਰੋਥ ਹੋਈ ਨਹੀਂ। ਇਸ ਤੋਂ ਛੱਡਣ ਤੋਂ ਬਾਅਦ ਇੱਕਦਮ ਕੜਵਲ ਸਾਹਿਬ ਇੱਥੇ ਟੋਕ ਰਿਹਾ ਤੁਹਾਨੂੰ, ਉਹਨਾਂ ਦਿਨਾਂ 'ਚ ਤੁਹਾਡੇ ਪਰਿਵਾਰ ਦਾ ਰਿਐਕਸ਼ਨ ਕੀ ਹੁੰਦਾ ਸੀਗਾ? ਮੇਰਾ ਪਰਿਵਾਰ ਇਹ ਕਹਿੰਦਾ ਸੀ ਤੂੰ ਇਸ ਲਾਈਨ ਦੇ ਵਿੱਚ ਬਿਲਕੁਲ ਜਾਣਾ ਨਹੀਂ, ਤੂੰ ਇਸ ਪੋਲਿਟਿਕਸ ਦੇ ਨਾਲ ਆਪਣਾ ਕੋਈ ਸੰਬੰਧ ਨਹੀਂ। ਮੇਰਾ ਬਾਪ ਜ਼ਿੰਦਗੀ 'ਚ ਕਦੇ ਥਾਣੇ ਨਹੀਂ ਗਿਆ, ਤੇ ਜਦੋਂ ਮੇਰੇ ਬਾਪ ਨੂੰ ਮੈਨੂੰ ਮਿਲਣ ਲਈ ਇੱਥੇ ਜੇਲ੍ਹ ਆਉਣਾ ਪੈਂਦਾ ਸੀ ਤਾਂ ਉਹਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਸੀਗੀਆਂ ਕਿ ਮੈਂ ਕਿੱਥੇ ਆ ਗਿਆ। ਸੋ ਸਾਡੇ ਪਰਿਵਾਰ ਦੇ ਵਿੱਚ ਕੀ ਪਰਿਵਾਰ ਵੀ ਸਿਮਰਜੀਤ ਬੈਂਸ ਨੂੰ ਜ਼ਿੰਮੇਦਾਰ ਸਮਝਦਾ ਇਸ ਸਾਰੇ ਪਿੱਛੇ? ਉਹ ਸਾਰਾ ਦੋਸ਼ ਹੀ ਉਹਨਾਂ ਦਾ ਜੀ। ਜੇ ਮੈਂ ਜਿਸ ਦਿਨ ਉਹਨੂੰ ਮੈਨੂੰ ਪਹਿਲੀ ਵਾਰੀ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਾਈ ਆ, ਮੈਂ ਦੋਨੇ ਹੱਥ ਜੋੜ ਕੇ ਇੱਕ ਗੱਲ ਕਹੀ। ਉਸ ਵਕਤ ਮੈਨੂੰ ਜੌਂਡਸ ਹੋ ਕੇ ਹਟਿਆ ਸੀ। ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਜਾਨ ਚਲੇ ਜਾਊਗੀ ਮੈਨੂੰ ਜੇ ਦੁਬਾਰਾ ਜੌਂਡਸ ਹੋ ਗਿਆ, ਵੀ ਤੂੰ ਇਲੈਕਸ਼ਨ ਨਾ ਲੜਾ, ਮੈਂ ਔਖਾ ਹੋ ਜਾਊਂਗਾ, ਮੈਂ ਇਕੱਲਾ ਜਾਣਾ ਵਪਾਰ ਦੇਖੂੰਗਾ ਕਿ ਮੈਂ ਪੋਲਿਟਿਕਸ ਕਰੂੰਗਾ। ਤਾਂ ਮੈਨੂੰ ਇੱਕ ਗੱਲ ਕਹੀ ਕਿ ਮੈਂ ਮਣਕੂ ਕੋਲੋਂ ਹਰਿਆ ਸੀ, ਮੇਰਾ ਬਦਲਾ ਤੂੰ ਲੈਣਾ ਨਹੀਂ, ਇਹ ਰਹਿ ਜਾਣਾ। ਬਦਲਾ ਤਾਂ ਲੈ ਲਿਆ, ਨਾਲ ਸਾਡੇ ਤੋਂ ਵੀ ਕੋਈ ਬਦਲੇ ਲੈ ਗਿਆ ਉਹ। ਇਸ ਗੱਲ ਦੇ ਵਿੱਚ ਐਸੀ ਪੋਲਿਟਿਕਸ ਕੀ ਹੋਈ, ਇੱਕ ਤੀਰ ਨਾਲ ਕਿੰਨੇ ਨਿਸ਼ਾਨੇ ਹੋ। ਪਰ ਉਹ ਤਾਂ ਕਹਿੰਦੇ ਬਦਲਾਖੋਰੀ ਦੀ ਰਾਜਨੀਤੀ ਤਾਂ ਉਹ ਕਰਦੇ ਹੀ ਨਹੀਂਗੇ। ਇਹ ਤਾਂ ਕਹਿੰਦੇ ਕਿ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੰਮ ਹੋਣਾ, ਅਸੀਂ ਬਦਲਾਖੋਰੀ ਨਹੀਂ ਕਰਦੇ। ਨਹੀਂ, ਉਹ ਤਾਂ ਬਦਲਾਖੋਰੀ ਵਾਲੀ ਕੋਈ ਕਰਦੇ ਹੀ ਨਹੀਂ ਹੈਗੇ। ਆਹ ਬਦਲਾਖੋਰੀ ਕਰ ਰਹੇ ਆ ਵੀ ਜਿਹੜੀ ਪਾਰਟੀ 'ਚ ਰਹੇ ਆ ਉਸੇ ਨੂੰ ਮੁੜ ਕੇ ਉਹਦੇ ਖਿਲਾਫ ਹੀ ਦੁਨੀਆ ਭਰ ਦਾ ਗੰਦ ਬੋਲਣਾ। ਅਕਾਲੀ ਦਲ ਦੇ ਵਿੱਚ ਹੋ ਰਹੇ, ਉਹਨਾਂ ਨੇ ਅਕਾਲੀ ਦਲ ਦਾ ਮੋਢਾ ਵਰਤ ਕੇ ਇੱਥੇ ਤੱਕ ਪਹੁੰਚੇ। ਮੈਨੂੰ ਉਹ ਸਮਾਂ ਯਾਦ ਆ ਜਦੋਂ ਸੁਖਬੀਰ ਬਾਦਲ ਸਮੋਸਾ ਵੀ ਖਾਂਦਾ ਹੁੰਦਾ ਸੀ ਨਾ, ਤੇ ਦੋਨੇ ਭਰਾ ਰੁਮਾਲ ਲੈ ਕੇ ਕੋਲੇ ਖੜੇ ਹੁੰਦੇ ਸੀ ਨਾਲ ਦੀ ਨਾਲ ਸਫਾਈ ਕਰਨ ਲਈ। ਇਹ ਮੈਂ ਪ੍ਰੈਕਟੀਕਲੀ ਗੱਲ ਕਰਦਾ। ਤੁਸੀਂ ਉਦੋਂ ਨਾਲ ਹੁੰਦੇ ਸੀ? ਹਾਂ, ਪਰ ਮੈਂ ਕਦੇ ਸੁਖਬੀਰ ਬਾਦਲ ਦੇ ਮੋਢੇ ਤੋਂ ਕਦੇ ਸਾਫ਼ ਨਹੀਂ ਕੀਤਾ। ਇਹ ਵੀ ਗੱਲ ਮੈਂ ਜ਼ਰੂਰ ਕਹੂੰਗਾ, ਇਹਨਾਂ ਨੇ ਜ਼ਰੂਰ ਕੀਤਾ। ਉਹਦਾ ਮੋਢਾ ਫਿਰ ਵਰਤਿਆ, ਫਿਰ ਉਹਨੂੰ ਹੀ ਠੋਕਿਆ ਫੜ ਕੇ। ਸੋ ਫਿਰ ਦੂਜੀ ਪਾਰਟੀ 'ਚ ਅੱਜ ਕੇਜਰੀਵਾਲ ਦੀ ਪੱਗ ਬੰਨ੍ਹਦਾ ਸੀ। ਕਿੰਨੇ ਕਲੋਜ਼ ਸੀਗੇ ਸੁਖਬੀਰ ਬਾਦਲ ਦੇ, ਕਿੰਨੇ ਕਲੋਜ਼ ਰਹੇ ਆ ਇਹ? ਸੋ ਉਹਨਾਂ ਨੂੰ ਐਂ ਲੱਗਦਾ ਸੀ ਵੀ ਪੋਟੈਂਸ਼ੀਅਲ ਬਹੁਤ ਆ, ਵੀ ਇਹਨਾਂ ਦੇ ਵਿੱਚ ਇਹ ਬਹੁਤ ਇਮਾਨਦਾਰ ਬੰਦੇ ਆ, ਵੀ ਕੰਮ ਕਰਨਗੇ। ਪਰ ਉਹ ਜਦੋਂ ਥੋੜੀ ਦੇਰ ਬਾਅਦ ਉਹਦੀ ਇਮਾਨਦਾਰੀ ਸਾਹਮਣੇ ਆਈ ਤੇ ਉਹਨਾਂ ਦੇ ਸਾਰੇ ਨੋ ਡਾਊਟ ਅਕਾਲੀ ਦਲ ਦੇ ਵਿੱਚ ਕਈ ਸੱਜਣ ਇਹਦੇ ਫੇਸ ਨੂੰ ਪਹਿਚਾਣ ਗਏ ਸੀ, ਜਿਵੇਂ ਵੱਡੇ ਬਾਦਲ ਸਾਹਿਬ ਪਹਿਚਾਣ ਗਏ ਸੀ ਵੀ ਇਹ ਤੇਰੇ ਤੇ ਹੀ ਵਾਰ ਕਰੂਗਾ। ਪਰ ਸ਼ਾਇਦ ਸੁਖਬੀਰ ਨੂੰ ਕਿਤੇ ਇਸ ਗੱਲ ਦਾ ਪਤਾ ਨਹੀਂ ਲੱਗਿਆ, ਵੀ ਉਸ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਆਈ। ਤੇ ਜਦੋਂ ਹੋ ਗਿਆ ਫਿਰ ਪਤਾ ਲੱਗ ਗਿਆ। ਤੇ ਉਸ ਤੋਂ ਬਾਅਦ ਜਿਹੜਾ ਸੈਂਟਰ ਦੇ ਵਿੱਚ ਰਾਜਨੀਤੀ ਕਰਦੇ ਆ ਕੇਜਰੀਵਾਲ ਸਾਹਿਬ, ਮੈਂ ਉਹ ਵੀ ਕਿਹਾ ਸੀ ਕੇਜਰੀਵਾਲ ਸਾਹਿਬ ਇਹ ਪੱਗ ਬੰਨ ਵੀ ਤੇਰੀ ਇਹੀ ਰਿਹਾ ਤੇ ਲਾਉਣੀ ਵੀ ਇਹਨੇ ਤੇਰੀ ਹੋਈ ਆ।
MLA ਬਣ ਗਿਆ। ਜੇ ਨਾ MLA ਵੇਲੇ ਅਲਾਇੰਸ ਹੋਇਆ ਹੁੰਦਾ ਨਾ, ਅੱਜ ਜਨਤਾ ਨੇ ਵਿਹਲਾ ਕਰਕੇ ਘਰੇ ਬਿਠਾਇਆ ਹੁੰਦਾ। ਆਮ ਆਦਮੀ ਪਾਰਟੀ ਦੀਆਂ ਵੋਟਾਂ ਦੇ ਜਿੱਤ ਕੇ ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਖਿਲਾਫ ਬੋਲਣਾ ਸ਼ੁਰੂ ਕੀਤਾ ਹੋਇਆ। ਸੋ ਮਕਸਦ ਹੀ ਸੋਚ ਹੀ ਇਹ ਆ ਵੀ ਇਹ ਨਹੀਂ ਵੀ ਕੋਈ ਦੁਨੀਆ ਦਾ ਹੁਣ ਭਲਾ ਕਰਨਾ। ਹੁਣ ਦੁਨੀਆ ਦੇ ਭਲੇ ਵਾਲੇ ਪਾਸੇ ਕੋਈ ਗੱਲ ਨਹੀਂ ਹੈਗੀ। ਆਪਣੀ ਪਰ ਤੁਸੀਂ ਐਜ਼ ਅ ਲੀਡਰ, ਲੋਕ ਕਨਸਟੀਟੂਐਂਸੀ ਦੇ ਲੋਕਾਂ ਨੇ ਤੁਹਾਡੇ 'ਚ ਵਿਸ਼ਵਾਸ ਕਿਉਂ ਨਹੀਂ ਪ੍ਰਗਟਾਇਆ? ਫਿਰ ਮੈਂ ਕਾਉਂਸਲਰ 2 ਵਾਰ ਬਣਿਆ, ਤੁਹਾਨੂੰ ਮੈਂ ਦੱਸਦਾ। ਮੈਂ ਇੰਡੀਪੈਂਡੈਂਟ ਪਹਿਲੀ ਵਾਰੀ ਇਲੈਕਸ਼ਨ ਲੜਿਆ, ਮੈਂ 3737 ਵੋਟ ਤੇ ਆਪਣੇ ਪੁਰਾਣਾ ਮਹੱਲਾ, ਮੇਰੀ ਫੈਕਟਰੀ ਉੱਥੇ ਸੀ, ਮੇਰੀ ਰਿਹਾਇਸ਼ ਉੱਥੇ ਸੀ, ਨਿਊ ਜਨਤਾ ਨਗਰ ਤੋਂ ਮੈਂ ਜਿੱਤਿਆ। ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜੀ ਆ ਕੇ ਆਤਮ ਨਗਰ ਡੀ ਬਲਾਕ, ਜਿਹੜਾ ਕਿ ਬਹੁਤ ਹੀ ਜ਼ਿਆਦਾ ਟਫ ਸੀਟ ਸੀ, ਕਿਉਂਕਿ ਅਕਾਲੀ ਦਲ ਦੇ ਪਹਿਲੇ ਕਾਉਂਸਲਰ ਦੀ ਟਿਕਟ ਕੱਟ ਕੇ ਜਦੋਂ ਮੈਨੂੰ ਉੱਤੇ ਦਿੱਤੀ ਗਈ, ਨੈਚੁਰਲੀ ਉਸ ਕੈਂਡੀਡੇਟ ਨੇ ਵੀ ਦੂਜੇ ਪਾਸੇ ਭੁਗਤਣਾ ਹੁੰਦਾ। ਉਸ ਜਗ੍ਹਾ ਤੇ ਵੀ ਆ ਕੇ ਲੋਕਾਂ ਨੇ ਬੜਾ ਵੱਡਾ ਮਾਣ ਦਿੱਤਾ। ਤੇ ਦੋਨਾਂ ਹਲਕਿਆਂ ਵਾਰਡ ਦੇ ਵਿੱਚ ਜਿੱਥੋਂ ਮੈਂ ਕਾਉਂਸਲਰ ਰਿਹਾ, ਉੱਥੇ ਡਿਵੈਲਪਮੈਂਟ ਦੀ ਮੇਰੀ ਜਿਹੜੀਆਂ ਵੀ ਉਹ ਵੀ ਤੁਸੀਂ ਜਾ ਕੇ ਪਤਾ ਕਰ ਲਿਓ ਵੀ ਕੜਵਲ ਨੇ ਕੀ ਕੀਤਾ। ਨਹਿਰ ਦੇ ਉੱਤੇ ਜੇ ਕੰਪੈਕਟਰ ਲਾਇਆ ਤਾਂ ਉਹ ਦੁਗਰੀ ਦੇ ਵਿੱਚ ਲੱਗਿਆ। ਸੀਨੀਅਰ ਸਿਟੀਜ਼ਨ ਹੋਮ ਬਣਿਆ ਤਾਂ ਦੁਗਰੀ 'ਚ ਬਣਿਆ, ਦੁਗਰੀ ਵਾਲੇ ਪੁਲ ਤੇ ਬਣਿਆ ਆਤਮ ਨਗਰ ਦੇ ਵਿੱਚ। ਆਤਮ ਨਗਰ ਦੇ ਪਾਰਕ, ਆਤਮ ਨਗਰ ਦੀਆਂ ਸੜਕਾਂ ਸਭ ਲਿਸ਼ਕਾਤਾ ਸੀਗਾ ਕੜਵਲ ਨੇ। ਤੇ ਜਦੋਂ ਮੈਂ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਤੇ ਕਾਂਗਰਸ 'ਚ ਮੈਂ ਗਿਆ ਤੇ ਮੈਂ ਇੱਥੋਂ 37,000 ਵੋਟ ਲੈ ਕੇ ਗਿਆ ਲਗਭਗ। ਤੇ ਇੱਕ ਬੰਦਾ ਪਿਛਲੀ ਵਾਰੀ ਜਿਹੜੇ ਕੈਂਡੀਡੇਟ ਲੜੇ ਸੀ ਉਹਨਾਂ ਨੂੰ ਵੋਟ ਪਈ ਹੋਵੇ 20,000 18,000, ਤੇ 18,000 ਤੋਂ ਅਸੀਂ ਐਤਕੀ ਆ ਗਏ 37,000 ਤੇ। ਤੇ ਲਗਭਗ ਇਹ ਪਿਛਲੀ ਵਾਰੀ 30,000 ਤੇ ਜਿੱਤਿਆ ਸੀ ਤੇ ਐਤਕੀ ਇਹਦਾ ਮਾਰਜਨ 15,000 ਰਹਿ ਗਿਆ। ਮੈਂ 15,000 ਤੇ ਲੂਜ਼ ਕਰ ਗਿਆ ਸੀਟ। ਪਰ MP ਦੀ ਇਲੈਕਸ਼ਨ ਦੇ ਵਿੱਚ ਅਸੀਂ ਇਹ ਮਾਰਜਨ ਘਟਾ ਕੇ 6,000 ਤੇ ਲਿਆਏ। ਤੇ ਕਾਉਂਸਲਰ ਜਿਹੜੇ ਨੇ ਸਭ ਤੋਂ ਵੱਧ ਸਾਡੇ ਜਿੱਤੇ ਆ ਕਾਂਗਰਸ ਪਾਰਟੀ ਦੇ, ਇਹਦੇ ਲਗਭਗ ਸਾਰੀ। ਤੁਹਾਨੂੰ ਮਤਲਬ 2022 ਚ ਆਪਦੇ ਚਾਂਸਸ ਪੂਰੇ ਲੱਗ ਰਹੇ? ਮੈਂ ਇੱਕ ਗੱਲ ਕਹਿਣਾ, ਮਹਾਰਾਜ ਨੇ ਇਹ ਸਾਰੀਆਂ ਤਾਕਤਾਂ ਉਸ ਪਰਮੇਸ਼ਵਰ ਦੀਆਂ ਦਿੱਤੀਆਂ ਹੁੰਦੀਆਂ ਨੇ। ਇਹ ਆਪਣੇ ਡੋਲਿਆਂ ਨਾਲ ਨਹੀਂ ਇਹ ਸੀਟਾਂ ਜਿੱਤੀਆਂ ਜਾਂਦੀਆਂ। ਇਹ ਪਰਮੇਸ਼ਵਰ ਨੇ ਜਦੋਂ ਨਿਗਾਹ ਸਿੱਧੀ ਕਰਨੀ ਆ, ਤੁਸੀਂ ਆਪਣੇ ਤਰੀਕੇ ਨਾਲ ਸੇਵਾ ਮਨ ਸਾਫ਼ ਰੱਖ ਕੇ ਸੇਵਾ ਕਰੀ ਚੱਲੋ। ਜੇ ਉਸ ਪ੍ਰਮਾਤਮਾ ਨੇ ਵਿੜਿਆਈ ਦੇਣੀ ਆ ਤਾਂ ਤੁਹਾਨੂੰ ਦੇ ਹੀ ਦੇਣੀ ਆ। ਜੇ ਨਹੀਂ ਦੇਣੀ, ਹੋ ਸਕਦਾ ਬਾਈ ਚ ਵੀ ਨਾ ਦੇਵੇ। ਪਰ ਜੋ ਮੈਨੂੰ ਲੋਕ ਪਿਆਰ ਦੇ ਰਹੇ ਆ, ਜੋ ਸਤਿਕਾਰ ਦੇ ਰਹੇ ਆ, ਮੈਂ ਉਹ ਮੈਨੂੰ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ। ਬਾਕੀ ਜੋ ਸੰਗਤ ਫੈਸਲਾ ਕਰੋ। ਤੁਸੀਂ ਵੀ ਲਾਈਵ ਹੋ ਜਾਇਆ ਕਰੋ ਫੇਸਬੁੱਕ ਤੇ ਜਾ ਕੇ, ਕਿਤੇ ਨਾ ਕਿਤੇ ਕਿਸੇ ਦੁਕਾਨ 'ਚ, ਕਿਸੇ ਦਫ਼ਤਰ ਦੇ ਵਿੱਚ। ਸਾਨੂੰ ਇਹ ਆਦਤ ਨਹੀਂ ਹੈਗੀ ਵੀ ਕਿਸੇ ਨਾ ਕਿਸੇ ਦੀ ਬਲੀ ਦਈਏ। ਸਾਡੇ ਅੰਦਰ ਦਰਦ ਆ, ਸਾਡੇ ਅੰਦਰ ਦੁੱਖ ਆ। ਮੈਂ ਇਹ ਪਾਪ ਨਹੀਂ ਕਰ ਸਕਦਾ ਕਿਸੇ ਦੇ ਪੁੱਤ ਦੀ ਨੌਕਰੀਆਂ ਖੋਹਣੀਆਂ। ਜਾਂ ਤਾਂ ਇਹ ਗੰਦ ਬਿਲਕੁਲ ਧੋਤਾ ਜਾਵੇ, ਇਹਨੂੰ ਨਿਬੇੜ ਕੇ ਹਟ, ਜਾਂ ਆਪਣੀ ਦੁਕਾਨ ਦੀ ਖਾਤਰ ਜਿਹੜਾ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਖਾਤਰ ਕੰਮ ਕਰਦੇ। ਮੇਰੇ ਤੋਂ ਇਹ ਮੇਰੇ ਵੱਸ ਦੀਆਂ ਇਹ ਗੱਲਾਂ ਨਹੀਂ ਹੈਗੀਆਂ। ਹੁਣ ਤੁਸੀਂ ਇਮਾਨਦਾਰੀ ਦੀ ਤੁਸੀਂ ਗੱਲ ਕਰਦੇ ਹੋ ਵੀ ਇਮਾਨਦਾਰੀ ਦੀ ਤੁਸੀਂ ਇਹ ਗੱਲ ਦੇਖੋ ਵੀ ਇਹ ਬੰਦੇ ਨੇ ਆ ਕੈਪਟਨ ਸਾਹਿਬ ਵਾਲਾ ਆਟਾ ਲਿਆ, ਲੋਕ ਨੂੰ ਆਟਾ ਚੋਰ ਕਹਿਣ ਲੱਗ ਗਏ ਹਲਕੇ 'ਚ। ਬੋਰੀਆਂ ਲਾ ਕੇ ਆਪਣੇ ਬੋਰੀਆਂ 'ਚ ਪਾ ਕੇ ਆਟਾ ਵੰਡਣ ਲੱਗ ਗਿਆ। ਇਹ ਤੇਰਾ ਲੈਵਲ ਆ ਕੋਈ? ਤੈਨੂੰ ਰੱਬ ਨੇ ਬੇਤਹਾਸ਼ਾ ਮਾਇਆ ਤੂੰ ਰੱਬ ਨੇ ਦੇਤੀ, ਚਾਹੇ ਤੂੰ ਸਮਝ ਲਾ ਠੱਗੀਆਂ ਮਾਰ ਕੇ ਬਣਾ ਲਈ ਹੈ, ਤੂੰ ਉੱਥੋਂ ਰਾਸ਼ਨ ਵੰਡ ਲਾ। ਤੂੰ ਨਾ ਕੈਪਟਨ ਵਾਲੀ ਛੈਲੀ ਜੇ ਤੇਰੇ ਚ ਪਰ ਉਹ ਆਪ ਥੋੜੀ ਬਦਲਦੇ ਪਏ ਆ। ਕੜਵਲ ਸਾਹਿਬ ਉਹ ਤਾਂ ਵੀਡੀਓ ਆਈ ਹੈ ਇੱਕ ਸਾਹਮਣੇ, ਜੇ ਉਹਦਾ ਸਪੋਰਟਰ ਉਹ ਕਹਿ ਰਿਹਾ ਵੀ ਬੈਂਸ ਸਾਹਿਬ ਨੂੰ ਪੁੱਛਿਓ, ਤਾਂ ਹੁਣ ਉਹਦੇ ਵਿੱਚ ਹੋਰ ਕੀ ਸਬੂਤ ਭਾਲਦੇ ਹੋ ਤੁਸੀਂ ਵੀ ਬੈਂਸ ਸਾਹਿਬ ਨੇ ਆਟਾ ਭੇਜਿਆ ਅਸੀਂ ਬਦਲੀਆਂ ਕੈਪਟਨ ਸਾਹਿਬ ਵਾਲੀ ਥੈਲੀਆਂ ਚੋਂ ਕੱਢ ਕੇ ਆਪਦੀਆਂ ਥੈਲੀਆਂ ਦੇ ਵਿੱਚ ਪਾ ਕੇ ਭੇਜਿਆ। ਉਹਨੇ ਪੁੱਛਿਆ ਜੀ ਬੈਂਸ ਸਾਹਿਬ ਨਾਲ ਗੱਲ ਕਰੋ, ਉਹਨਾਂ ਨੇ ਭੇਜਿਆ ਸੀਗਾ। ਹੁਣ ਇਦੋਂ ਵੱਧ ਕੀ ਸਬੂਤ ਹੋ ਸਕਦਾ? ਤੇ 35 ਲੱਖ ਰੁਪਏ ਦਾ ਪਿੱਛੇ ਤੁਸੀਂ ਕਿੱਡਾ ਰੌਲਾ ਪੈਂਦਾ ਦਿਖਿਆ ਆਪਣੇ ਪਿਤਾ ਜੀ ਦੇ ਇਲਾਜ ਕਰਾਉਣ ਦਾ। ਮੈਨੂੰ ਵੀ ਪਤਾ ਕਿੱਡੀ ਕੁ ਬਿਮਾਰੀ ਸੀ ਉਹਨਾਂ ਦੀ, ਕਿਉਂਕਿ ਜਦੋਂ ਉਹ ਟ੍ਰੀਟਮੈਂਟ ਕਰਾਇਆ ਮੈਂ ਵੀ ਉਸ ਦਿਨ ਨਾਲ ਸੀ। ਜਦੋਂ ਉਹਨਾਂ ਦੇ ਉਹ ਪੇਸਮੇਕਰ ਪਾਇਆ ਜਿਨ੍ਹਾਂ ਨੂੰ ਪੈਰਾਲਾਈਜ਼ ਸੀਗਾ, ਤੇ 1.5 ਲੱਖ ਦੀ ਬੈਟਰੀ ਜਾਂ 2 ਲੱਖ ਦੀ ਬੈਟਰੀ ਸੀ, 2 ਸਾਲ ਬਾਅਦ ਪਾਉਣੀ ਪੈਂਦੀ ਸੀ, ਹੋਰ ਤਾਂ ਕੋਈ ਖਰਚਾ ਹੀ ਨਹੀਂ ਸੀਗਾ। ਤੇ 35 ਲੱਖ ਰੁਪਏ ਦੇ ਬਿੱਲ ਕਿਹੜੇ ਪਾਏ ਗਏ? ਨਜਾਇਜ਼। ਤੇ ਬਲਵਿੰਦਰ ਸਿੰਘ ਬੈਂਸ ਦੀ ਸੋਚ ਐਸੀ ਆ, ਇਹ ਸਰਕਾਰੀ ਖਾਤੇ 'ਚ ਪਾਏ ਗਏ 35 ਲੱਖ ਰੁਪਏ। ਤੇ ਬਲਵਿੰਦਰ ਸਿੰਘ ਬੈਂਸ ਦੀ ਸੋਚ ਐਸੀ ਆ, ਘਰੇ ਵਿਹਲੇ ਬੈਠਿਆਂ ਚਲੋ ਚਾਹਿਆ ਨੇ ਇੱਕ ਮੀਟਿੰਗ ਤੇ 10,000 ਰੁਪਇਆ ਮਿਲੂਗਾ। ਕਿਸ ਗੱਲ ਦਾ? ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ, ਉਹ ਮੀਟਿੰਗਾਂ ਇੱਕ ਸੈਸ਼ਨ ਤੇ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਕਮੇਟੀਆਂ ਦੇ ਵਿੱਚ ਕੋਈ ਪਾਇਆ ਹੁੰਦਾ, ਉਸ ਮੀਟਿੰਗਾਂ ਦੇ ਪੈਸੇ ਮਿਲਦੇ ਆ। ਤੇ ਇਹ ਸੱਜਣ ਤਾਂ ਉਹ ਕਮਾਉਣ ਤੁਰ ਪੈਂਦੇ ਨੇ। ਇਹ ਲੋਕਾਂ ਦਾ ਭਲਾ ਕਰਨਗੇ? ਆਪਦੀ ਪੈਨਸ਼ਨ ਕਿਸੇ ਗਰੀਬ ਨੂੰ ਨਹੀਂ ਦਿੱਤੀ ਇਹਨਾਂ ਨੇ ਅੱਜ ਤੱਕ। ਬੜੀਆਂ ਧਰਮ ਕਰਮ ਦੀਆਂ ਗੱਲਾਂ ਕਰਦੇ ਨੇ। ਆ ਹੁਣ ਅੱਜ ਲੋਕਾਂ ਨੂੰ ਇੰਨੀ ਜ਼ਰੂਰਤ ਸੀਗੀ, ਕਿੱਥੇ ਦੇਖਿਆ? ਅੱਜ ਇਹ ਲੋਕਾਂ ਨੂੰ ਸਾਰਾ ਕੁਝ ਦੇਖ ਚੁੱਕਿਆ। ਇਹਨਾਂ ਨੂੰ ਇਹ ਜਿਹੜਾ ਕਰੋਨਾ ਨੇ ਨਾ,
ਬਾਹਰ ਨਹੀਂ ਆਏ ਤੁਹਾਨੂੰ ਲੱਗਦਾ? ਇਹਨਾਂ ਨੂੰ ਫੜ ਕੇ ਨੰਗੇ ਹਸਪੀਟਲ ਦੇ ਵਿੱਚ ਉਸ ਦਿਨ ਗਏ ਆ ਬੈਂਸ ਹਾਂ, ਸਾਹਿਬ? ਉਹ ਵੀ ਫਿਰ ਰਾਜਨੀਤੀ ਕਰਨ ਗਿਆ ਨਾ। ਉੱਥੇ ਕੀ ਦੇ ਕੇ ਆਇਆ ਆ? ਤੁਸੀਂ ਹੁਣ ਬਾਹਰ ਨਿਕਲੋ, 500 ਥੈਲੇ ਹੁਣ ਆਟੇ ਦੀ ਆਈ ਪਈ ਆ ਵੰਡਣ ਚੱਲੇ ਆ, ਅੱਜ ਹੀ ਚੱਲੇ ਆ। ਤੇ ਵੰਡਣਾ ਕਿੱਥੇ ਉਹ ਵੀ ਦੱਸ ਦੇਣਾ। ਵਾਰਡ ਨੰਬਰ 49 ਦੇ ਵਿੱਚ ਬਾਜੀਗਰ ਮਹੱਲੇ ਦੇ ਵਿੱਚ ਅਸੀਂ ਰਾਸ਼ਨ ਵੰਡਣ ਜਾਣਾ। ਸੋ ਜਦੋਂ ਲੋਕਾਂ ਨੂੰ ਲੋੜ ਪਈ ਉਦੋਂ ਆਪਾਂ ਘਰੇ ਚਲੇ ਗਏ ਤੇ ਉਹ ਅਸੀਂ ਪੰਜਾਬ ਜਿਸ ਬੰਦੇ ਨੇ ਸੁਸਾਈਡ ਕੀਤਾ ਰਾਸ਼ਨ ਨਾ ਮਿਲਣ ਕਰਕੇ, ਉਹ ਉਹਨਾਂ ਦੇ ਘਰ ਗਏ, ਤੁਸੀਂ ਨਹੀਂ ਗਏ ਉਹਨਾਂ ਦੇ ਘਰ? ਦੇਖੋ, ਮੈਂ ਆਪਣੇ ਹਲਕੇ ਦੇ ਵਿੱਚ ਜਿੱਥੇ ਤੱਕ ਹੁੰਦਾ ਮੈਂ ਹਰ ਜਗ੍ਹਾ ਅਪਰੋਚ ਕਰਦਾ, ਠੀਕ ਆ। ਉਹ ਉਸ ਜਗ੍ਹਾ ਤੇ ਮੈਂ ਨਹੀਂ ਜਾ ਸਕਿਆ, ਪਰ ਉਹ ਮੇਰੇ ਹਲਕੇ 'ਚ ਵੀ ਨਹੀਂ ਸੀ। ਪਰ ਮੇਰੀ ਜਾਣੀ ਡਿਊਟੀ ਜ਼ਰੂਰ ਬਣਦੀ ਹੈ ਵੀ ਚਾਹੇ ਹਲਕੇ ਤੋਂ ਬਾਹਰ ਵੀ ਹੈ, ਇਨਸਾਨੀਅਤ ਤੌਰ ਤੇ ਜਾਣਾ ਬਣਦਾ। ਕੁਛ ਰੁਝੇਵੇਂ ਰਾਸ਼ਨ ਦੇ ਹੋਣ ਕਰਕੇ, ਕੁਛ ਰਾਸ਼ਨ ਕਰਕੇ ਜੋ ਲੋਕਾਂ 'ਚ ਹਾਏ ਹਾਏ ਹੋਈ ਪਈ ਸੀ, ਸਰਕਾਰ ਵੱਲੋਂ ਵੀ, ਸਰਕਾਰ ਕੰਨੀਓ ਬਹੁਤ ਰਾਸ਼ਨ ਸਾਡੇ ਕੋਲ ਮੁਹੱਈਆ ਕਰਾਇਆ ਗਿਆ। ਲਗਭਗ 8000 ਕਿੱਟ ਜਿਹੜੀ ਇੱਕ ਆ ਚੁੱਕੀ ਹੈ, 1000 ਇੱਕ ਆ ਗਈ, 9000 ਪਰਿਵਾਰਾਂ ਦਾ ਰਾਸ਼ਨ ਸਾਡੇ ਕੌਂਸਲਰ ਸਾਹਿਬਾਨ ਨੇ ਵੰਡਿਆ। ਮੈਂ ਸਰਕਾਰੀ ਰਾਸ਼ਨ ਨਹੀਂ ਵੰਡਿਆ, ਮੈਂ ਪ੍ਰਾਈਵੇਟ ਆਪਣਾ ਲੈ ਕੇ ਆਪਣੇ ਦੋਸਤਾਂ ਦੀ ਸਪੋਰਟ ਨਾਲ 7000 ਦੇ ਕਰੀਬ ਜਿਹੜੀ ਥੈਲੀ ਆਟੇ ਦੀ ਅਸੀਂ ਆਪਣੇ ਕੰਨੀਓ ਵੰਡੀ ਆ, ਤਾਂ ਕਿ ਜਿੱਥੇ ਸਰਕਾਰੀ ਨਾ ਪਹੁੰਚ ਸਕਿਆ ਤੇ ਸਾਡੀ ਵੀ ਕੋਈ ਡਿਊਟੀ ਬਣਦੀ ਆ। ਤੇ ਇੱਥੇ ਆ ਕੇ ਆਪਾਂ ਸਿਰਫ ਉਹੀ ਖਾਲੀ ਗੱਲਾਂ ਕਰਨ ਨਾਲ ਨਹੀਂ ਨਾ ਹੁੰਦਾ। ਇੱਥੇ ਅੱਜ ਖੋਲ ਦਿੰਦਾ, ਲਾ ਦਿੰਦਾ ਲੰਗਰ, ਲਾ ਦਿੰਦਾ 20-50 ਲੱਖ ਰੁਪਈਆ, ਕੀ ਫਰਕ ਪੈਣ ਲੱਗਿਆ ਸੀ? ਕੜਵਲ ਸਾਹਿਬ, ਆਖਰੀ ਸਵਾਲ ਹੈ ਮੇਰਾ। ਤੁਸੀਂ ਕਹਿ ਰਹੇ ਹੋ ਕਿ ਬਹੁਤ ਵਾਰੀ ਉਹ ਤੁਹਾਡੇ ਕੋਲੇ ਆਏ, ਅੱਖਾਂ 'ਚ ਹੰਝੂ ਵਹਾਉਂਦੇ ਰਹੇ, ਰੋਂਦੇ ਰਹੇ ਬੈਂਸ ਸਾਹਿਬ। ਤੁਸੀਂ ਕਦੇ ਜਜ਼ਬਾਤੀ ਹੋਏ ਪੁਰਾਣਾ ਸਮਾਂ ਯਾਦ ਕਰਕੇ? ਜਦੋਂ ਜਿਸ ਦਿਨ ਮੈਂ ਉਸ ਪਰਿਵਾਰ ਨੂੰ ਛੱਡ ਕੇ ਗਿਆ, ਸ਼ਾਇਦ ਮੇਰੇ ਲਈ ਉਸ ਦਿਨ ਇੱਕ ਮੌਤ ਵਾਲਾ ਦਿਨ ਸੀਗਾ ਵੀ ਮੈਂ ਇੰਨੇ ਸਾਲ ਉਸ ਪਰਿਵਾਰ ਦੇ ਨਾਲ ਰਿਹਾ, ਵੀ ਉਹਨਾਂ ਨੇ ਮੇਰੇ ਨਾਲ ਕੀ ਕਰਤਾ। ਬਹੁਤ ਔਖਾ ਲੱਗ ਰਿਹਾ ਸੀਗਾ। ਜਦੋਂ 30-40 ਸਾਲ ਪੁਰਾਣਾ 30 ਸਾਲ ਦਾ ਰਿਸ਼ਤਾ ਹੋਵੇ, ਉਹਨੂੰ ਛੱਡਣਾ ਸੌਖਾ ਨਹੀਂ ਹੁੰਦਾ। ਪਰ ਜਦੋਂ ਇੱਕ ਗੱਲ ਹੋ ਗਈ ਵੀ ਉਹਨਾਂ ਨੂੰ ਜ਼ਰੂਰਤ ਹੀ ਹੈ ਨਹੀਂ ਸਾਡੀ, ਤੇ ਜਦੋਂ ਉਹ ਸਾਨੂੰ ਉਹਨਾਂ ਨੇ ਦੇਖਿਆ ਵੀ ਹੁਣ ਜੇ ਸਾਡੇ ਨਾਲ ਰਹੂਗਾ, ਸਾਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰੂਗਾ, ਤੇ ਉਹ ਆਪ ਪਿੱਛੇ ਹਟ ਗਏ। ਤਾਂ ਫਿਰ ਅਸੀਂ ਕਦੇ ਫੋਨ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ? ਸੋ ਮੈਨੂੰ ਉਹਨਾਂ ਦਾ ਕੋਈ ਫੋਨ ਨਹੀਂ ਆਇਆ। ਕਦੇ ਰਿਗਰੈਟ ਵੀ ਨਹੀਂ ਕੀਤਾ ਕਿ ਆਪਾਂ ਇਕੱਠੇ ਰਹੇ ਆ, ਆਪਣੀ ਦੋਸਤੀ ਟੁੱਟ ਗਈ, ਤੁਸੀਂ ਛੱਡ ਕੇ ਚਲੇ ਗਏ, ਜਾਂ ਉਹਨਾਂ ਨੇ ਤੁਹਾਨੂੰ ਛੱਡਤਾ? ਇਹ ਵੀ ਇੱਕ ਸਸਪੈਂਸ ਹੈ। ਤੁਸੀਂ ਉਹਨਾਂ ਨੂੰ ਛੱਡਿਆ ਕਿ ਉਹਨਾਂ ਨੇ ਤੁਹਾਨੂੰ ਛੱਡਿਆ? ਬੁਰੇ ਵਕਤ ਦੇ ਵਿੱਚ ਕੌਣ ਕਿਹਨੂੰ ਛੱਡਦਾ ਹੁੰਦਾ, ਲੋਕ ਸਾਰੇ ਜਾਣਦੇ ਆ। ਜੇ ਉਸ ਵਕਤ ਮੇਰੀ ਕੰਪਨੀ ਪ੍ਰੋਬਲਮ 'ਚ ਸੀ ਤਾਂ ਨੈਚੁਰਲੀ ਉਹ ਮੈਨੂੰ ਛੱਡ ਕੇ ਜਾਊਗਾ, ਮੈਂ ਉਹਨੂੰ ਛੱਡ ਕੇ ਨਹੀਂ ਜਾਊਂਗਾ। ਮੈਂ ਤਾਂ ਉਹਦੇ ਮਗਰ ਫਿਰਦਾ ਸੀਗਾ ਵੀ ਯਾਰ ਕੁਛ ਨਾ ਕੁਛ ਆਪਾਂ ਇਹਨੂੰ ਉਕੜ ਪਿਛੜ ਕਰਕੇ ਇਹਨੂੰ ਕੰਪਨੀ ਨੂੰ ਬਚਾ ਲਈਏ। ਤੇ ਮੈਨੂੰ ਸਲਾਹਾਂ ਇਹ ਦਿੱਤੀਆਂ ਜਾਂਦੀਆਂ, ਤੂੰ ਆਪਣਾ ਘਰ ਵੇਚ ਦੇ। ਸੋ ਐਸੇ ਯਾਰ ਦੋਸਤ ਹੁੰਦੇ ਆ ਜੀ। ਤੇਰਾ ਘਰ ਬਣਾਉਣ ਲਈ ਸੀ ਆਪਣੀ ਜ਼ਿੰਦਗੀ। ਕਦੇ ਪਰਿਵਾਰ ਨੇ, ਬੱਚਿਆਂ ਨੇ, ਕਿਉਂਕਿ ਅਕਸਰ ਇੰਨੇ ਕਲੋਜ਼ ਰਹੋ ਤਾਂ ਤੁਸੀਂ ਵੀ ਉਹਨਾਂ ਨੂੰ ਭਤੀਜੇ ਹੀ ਦੱਸਦੇ ਹੋਵੋਗੇ, ਉਹ ਤੁਹਾਨੂੰ ਤਾਇਆ ਜਾਂ ਚਾਚਾ ਕਹਿੰਦੇ ਹੋਣੇ ਆ ਬੱਚੇ, ਉਹ ਕਲੋਜ਼ ਹੋ ਜਾਂਦੇ ਆ। ਪਰਿਵਾਰ ਦੀਆਂ ਜਿਹੜੀਆਂ ਫੈਮਿਲੀ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਉਹ ਕਲੋਜ਼ ਹੋ ਜਾਂਦੀਆਂ, ਕਦੇ ਉਹਨਾਂ ਨੇ ਵੀ ਨਹੀਂ ਚਰਚਾ ਕੀਤੀ? ਅਸਲ ਦੇ ਵਿੱਚ ਦੇਖੋ, ਬੱਚੇ ਸਭ ਦੇ ਸਾਂਝੇ ਆ। ਮੈਂ ਬੱਚਿਆਂ ਵਾਲੇ ਵਿਸ਼ੇ ਤੇ ਤਾਂ ਕਦੇ ਨੈਗੇਟਿਵ ਵਿਚਾਰ ਕਦੇ ਰੱਖੇ ਨਹੀਂ, ਪਰ ਕੁਦਰਤੀ ਇੱਕ ਅੱਧੀ ਵਾਰੀ ਜੇ ਕਦੇ ਮੇਲ ਹੋਇਆ ਵੀ ਆ ਤਾਂ ਉਹ ਵਧੀਆ ਤਰੀਕੇ ਨਾਲ ਹੀ ਮਿਲਣ ਦੀ ਕੋਸ਼ਿਸ਼ ਕੀਤੀ। ਆਪਣੇ ਕੰਨੀਓ ਕਦੇ ਬੱਚਿਆਂ ਨਾਲ ਕੋਈ ਕਦੇ ਗਿਲਾ ਕਰਨਾ ਵੀ ਨਹੀਂ ਚਾਹੀਦਾ, ਕੀਤਾ ਵੀ ਨਹੀਂ ਕਦੇ, ਕਰਾਂਗੇ ਵੀ ਨਹੀਂ ਕਦੇ। ਉਹਨਾਂ ਨਾਲ ਕਾਹਦਾ ਗਿਲਾ, ਉਹਨਾਂ ਦਾ ਕੀ ਕਸੂਰ? ਬਿਲਕੁਲ। ਆਖਰ ਦੇ ਵਿੱਚ ਕਿਉਂਕਿ ਬਹੁਤ ਲਾਜ਼ਮੀ ਹੈ ਕਿ ਹੁਣ ਕਨਸਟੀਟੂਐਂਸੀ ਹੈ, ਤੁਸੀਂ ਵੀ ਇਲੈਕਸ਼ਨ, ਕਿਉਂਕਿ ਸਿਆਸਤ ਦੇ ਵਿੱਚ ਹੁਣ ਹੈਗੇ ਹੋ, ਤੁਸੀਂ 100% ਸਮਰਪਿਤ ਹੈਗੇ ਹੋ। ਕੀ ਲੱਗਦਾ ਤੁਹਾਨੂੰ, ਤੁਸੀਂ ਕਦੇ ਕਿਲਾ ਢਾ ਸਕੋਗੇ? ਸਵੈਤ ਕੀ ਦੇਖ ਲਿਓ ਤੁਸੀਂ, ਮੈਂ ਨਹੀਂ ਢਾ ਸਕਦਾ। ਪਰਮੇਸ਼ਵਰ ਨੇ ਇਹਦਾ ਕਿਲਾ ਢਾ ਦੇਣਾ, ਮੈਂ ਨਹੀਂ ਢਾ ਸਕਦਾ। ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ, ਪਰ ਪਰਮਾਤਮਾ ਨੇ ਇਹਦਾ ਕਿਲਾ ਜ਼ਰੂਰ ਢਾ ਦੇਣਾ ਕਿ ਜਿਹੜੇ ਹਾਲਾਤ ਲੱਗਦੇ ਆ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ